हाँ जी, सत श्री अकाल प्यारे विद्यार्थियों। प्यारे बच्चों, अज असी 9वीं क्लास की पाठ पुस्तक ਸਾਹਿਤਮਾਲਾ ਦੇ ਵਾਰਤਕ ਭਾਗ ਵਿੱਚੋਂ ਲੇਖ ਪੜ੍ਹਾਂਗੇ ਕਿ ਖੁਸ਼ੀਆਂ ਆਪੇ ਨਹੀਂ ਆਉਂਦੀਆਂ। ਸੋ ਬੇਟਾ, ਜਿਹੜਾ ਇਹ ਲੇਖ ਹੈ ਇਹ ਜੀਵਨ ਦੇ ਵਿੱਚ ਖੁਸ਼ ਕਿਵੇਂ ਹੋਇਆ ਜਾ ਸਕਦਾ ਹੈ, ਉਸ ਚੀਜ਼ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ। ਇਹ ਲੇਖ ਜਿਹੜਾ ਡਾਕਟਰ TR ਸ਼ਰਮਾ ਜੀ ਦੁਆਰਾ ਲਿਖਿਆ ਗਿਆ ਹੈ। ਇਹ ਬੇਟਾ ਜਿਹੜਾ ਲੇਖ ਹੈ ਇੱਕ ਮੋਟੀਵੇਸ਼ਨਲ ਪਰਪਸ ਤੋਂ ਲਿਖਿਆ ਗਿਆ ਕਿ ਅਸੀਂ ਕਿਵੇਂ ਜੀਵਨ ਦੇ ਵਿੱਚ ਖੁਸ਼ ਹੋਣ ਲਈ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੀਏ। ਉਹਦੇ ਵਿੱਚ ਸਾਡੀਆਂ ਬੁਰੀਆਂ ਆਦਤਾਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਅਸੀਂ ਤਿਆਗ ਕੇ ਜੀਵਨ 'ਚ ਖੁਸ਼ ਹੋ ਸਕਦੇ ਹਾਂ। ਅਤੇ ਇਹਦੇ ਵਿੱਚ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਕਿਸੇ ਲੋੜਵੰਦ ਨੂੰ ਉਹਦੀ ਲੋੜ ਅਨੁਸਾਰ ਕਿਸੇ ਚੀਜ਼ ਨੂੰ ਦੇਣਾ, ਕੋਈ ਉਹਦੀ ਮਦਦ ਕਰਨਾ, ਇਹ ਵੀ ਖੁਸ਼ ਹੋਣ ਦਾ ਜਿਹੜਾ ਸਾਧਨ ਆ ਉਹ ਹੈ। ਸੋ ਜੇ ਅਸੀਂ ਗੱਲ ਕਰੀਏ ਕਿ ਜੀਵਨ ਦੇ ਵਿੱਚ ਖੁਸ਼ੀਆਂ ਨੇ ਜਿਹੜੀਆਂ, ਜਦੋਂ ਤੋਂ ਮਨੁੱਖ ਜਨਮ ਲੈਂਦਾ ਉਹ ਰੋਂਦਾ ਹੀ ਜਨਮ ਲੈਂਦਾ। ਸੋ ਖੁਸ਼ ਹੋਣ ਦੇ ਜਿਹੜੇ ਸਾਧਨ ਨੇ ਸਾਨੂੰ ਖੁਦ ਬਣਾਉਣੇ ਪੈਂਦੇ ਨੇ। ਦੂਸਰਾ ਹੁੰਦਾ ਸਾਡਾ ਸਮਝ ਦਾ ਪੱਧਰ ਕਿ ਅਸੀਂ ਖੁਸ਼ੀ ਕਿਸ ਗੱਲ ਵਿੱਚ ਮਹਿਸੂਸ ਕਰਦੇ ਹਾਂ। ਇੱਕ ਪੈਦਲ ਤੁਰੇ ਜਾਣ ਵਾਲੇ ਵਿਅਕਤੀ ਨੂੰ ਜੇਕਰ ਇੱਕ ਸੋਹਣਾ ਸਾਈਕਲ ਦੇ ਦਈਏ ਤਾਂ ਉਸ ਦੀ ਮੈਨੂੰ ਲੱਗਦਾ ਕਿ ਕੋਈ ਖੁਸ਼ੀ ਦੀ ਹੱਦ ਨਹੀਂ ਹੋਏਗੀ, ਕਿਉਂਕਿ ਉਹ ਪੈਦਲ ਸੀ, ਉਸ ਨੂੰ ਸਾਈਕਲ ਮਿਲ ਗਿਆ। ਸੋ ਜੇ ਅਸੀਂ ਗੱਲ ਕਰੀਏ ਕਿ ਇੱਕ ਜਿਸ ਵਿਅਕਤੀ ਕੋਲ ਛੋਟੀ ਕਾਰ ਆ ਅਤੇ ਉਹਨੂੰ ਕੋਈ ਮਰਸਡੀਜ਼ ਵੱਡੀ ਆਪਾਂ ਜਿਹੜੀ ਗੱਡੀ ਦੇ ਦਈਏ ਤਾਂ ਉਹ ਕਹੂਗਾ ਨਹੀਂ, ਇਸ ਤੋਂ ਵੀ ਵੱਡੀ ਗੱਡੀ ਚਾਹੀਦੀ ਸੀ ਮੈਨੂੰ। ਉਹ ਵੱਡੀ ਕਾਰ ਲੈ ਕੇ, ਕਰੋੜਾਂ ਦੀ ਗੱਡੀ ਲੈ ਕੇ ਵੀ ਖੁਸ਼ ਨਹੀਂ ਹੋਏਗਾ, ਕਿਉਂਕਿ ਉਸ ਦਾ ਖੁਸ਼ ਹੋਣ ਦਾ ਪੱਧਰ ਕੋਈ ਹੋਰ ਹੈ। ਉਹਨੂੰ ਖੁਸ਼ੀ ਨਹੀਂ ਮਿਲੀ, ਵੱਡੀ ਕਾਰ ਲੈਣ 'ਤੇ ਵੀ ਉਹਨੂੰ ਖੁਸ਼ੀ ਨਹੀਂ ਮਿਲੀ। ਇੱਕ ਪੈਦਲ ਤੁਰੇ ਜਾਣ ਵਾਲੇ ਵਿਅਕਤੀ ਨੂੰ ਜੋ ਸਾਈਕਲ ਮਿਲ ਗਿਆ ਉਹ ਇਹਦੇ ਵਿੱਚ ਹੀ ਖੁਸ਼ ਆ। ਸੋ ਬੇਟਾ, ਇਹ ਪੱਧਰ ਆ ਤੁਹਾਡੇ ਖੁਸ਼ ਹੋਣ ਦਾ, ਇੱਕ ਮਾਨਸਿਕ ਸੂਝੀ ਹੈ ਸਾਡੀ। ਖੁਸ਼ ਹੋਣ ਲਈ ਤੁਹਾਡਾ ਪੱਧਰ ਆ ਜਿਹੜਾ ਦਿਮਾਗ ਦਾ ਬੇਟਾ, ਉਹ ਗੱਲ ਅਸਲ ਦੇ ਵਿੱਚ ਤੈਅ ਕਰਦਾ ਕਿ ਤੁਸੀਂ ਖੁਸ਼ੀ ਕਿਸ ਗੱਲ 'ਚ ਮਹਿਸੂਸ ਕਰਦੇ ਹੋ। ਸੋ ਬੁਰੀਆਂ ਆਦਤਾਂ ਨੂੰ ਛੱਡ ਕੇ, ਝੂਠ ਬੋਲਣ ਦੀ ਆਦਤ ਛੱਡ ਕੇ ਵੀ ਤੁਸੀਂ ਖੁਸ਼ ਹੋ ਸਕਦੇ ਹੋ। ਜਿਹੜੀ ਮੈਂ ਇਨਸਾਨ ਦੇ ਅੰਦਰ ਮੈਂ, ਮੇਰਾ, ਮੈਨੂੰ, ਮੇਰੇ ਲਈ, ਮੈਂ ਸਭ ਤੋਂ ਬੈਸਟ ਹਾਂ, ਜਦੋਂ ਅਸੀਂ ਮੈਂ ਮਾਰ ਕੇ ਮੇਰੀ ਦੀ ਜਗ੍ਹਾ 'ਤੇ ਤੇਰੀ ਕਰਦੇ ਹਾਂ, ਆਪਣੀ ਮੈਂ ਨੂੰ ਮਾਰ ਕੇ ਜਿਹੜਾ ਅਸੀਂ ਜੀਵਨ ਬਤੀਤ ਕਰਦੇ ਹਾਂ ਬੇਟਾ, ਉਹ ਵੀ ਖੁਸ਼ੀ ਦਾ ਇੱਕ ਸਾਧਨ ਹੈ। ਸੋ ਜੀਵਨ ਦੇ ਵਿੱਚ ਅਸੀਂ ਬਹੁਤ ਸਾਰੇ ਖੁਸ਼ ਲੋਕਾਂ ਨੂੰ ਦੇਖਦੇ ਹਾਂ ਅਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹਨੇ ਕਦੇ ਦੁੱਖ ਨਹੀਂ ਦੇਖਿਆ। ਸੋ ਅਸਲ 'ਚ ਬੇਟਾ ਜਿਹੜੇ ਉਹ ਲੋਕ ਹੁੰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੁੰਦਾ ਮਾਨਸਿਕ ਪੱਧਰ ਦੇ ਤੌਰ 'ਤੇ ਕਿ ਦੁੱਖ ਸੁੱਖ ਨੂੰ ਸਹਿਣਾ ਕਿੱਦਾਂ, ਅਤੇ ਸਾਨੂੰ ਇਹ ਭਰਮ ਹੁੰਦਾ ਕਿ ਸ਼ਾਇਦ ਇਹਨੇ ਕਦੇ ਦੁੱਖ ਨਹੀਂ ਦੇਖਿਆ। ਸੋ ਜੀਵਨ ਨੂੰ ਅਸੀਂ ਜਿਹੋ ਜਿਹੇ ਸਾਂਚੇ ਦੇ ਵਿੱਚ ਢਾਲ ਲੈਂਦੇ ਹਾਂ ਉਹ ਉਹੋ ਜਿਹਾ ਹੀ ਬਣ ਜਾਂਦਾ। ਸੋ ਬਹੁਤ ਸਾਰੇ ਲੋਕਾਂ ਕੋਲ ਲੱਖਾਂ ਕਰੋੜਾਂ ਰੁਪਈਆ ਨੇ, ਵਧੀਆ ਕੋਠੀਆਂ, ਬੰਗਲੇ, ਕਾਰ ਨੇ, AC ਲੱਗੇ ਹੋਏ ਨੇ ਬੈਡਰੂਮਾਂ 'ਚ, ਉਹਨੂੰ ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਨੇ। ਅਤੇ ਕਈ ਲੋਕ ਦਿਹਾੜੀ ਦੇ ਥੱਕੇ ਹਾਰੇ, ਤੁਸੀਂ ਦੇਖਿਆ ਹੋਊਗਾ ਬੇਟਾ, ਖੇਤ ਖਾਲ ਦੇ ਵਿੱਚ ਟਾਹਲੀ ਅਤੇ ਪਿੱਪਲ ਦੀ ਛਾਂ ਦੇ ਥੱਲੇ ਉਹ ਨੀਂਦ ਆ ਜਾਂਦੀ ਹੈ ਉਹਨਾਂ ਨੂੰ, ਮਿਹਨਤੀ ਲੋਕਾਂ ਨੂੰ। ਕਈ ਲੋਕ ਫੁੱਟਪਾਥਾਂ 'ਤੇ ਵੀ ਸੌਂ ਕੇ ਆਨੰਦ ਲੈ ਰਹੇ ਨੇ। ਸੋ ਇਹ ਪੱਧਰ ਆ ਬੇਟਾ, ਸਾਡੀ ਮਾਨਸਿਕ ਸੋਝੀ ਦਾ ਪੱਧਰ ਆ ਕਿ ਜਿਹੋ ਜਿਹਾ ਤੁਸੀਂ ਸੋਚਦੇ ਹੋ, ਜੇਕਰ ਤੁਸੀਂ ਉਹਦੇ ਵਿੱਚ ਖੁਸ਼ ਹੋ ਤਾਂ ਜੀਵਨ ਦੇ ਵਿੱਚ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਕਿ ਤੁਸੀਂ ਆਪਣੇ ਕੱਲ੍ਹ ਦੀ ਉਡੀਕ ਵਿੱਚ ਕਿ ਮੈਂ ਕੱਲ੍ਹ ਅਮੀਰ ਹੋਣਾ, ਮੈਂ ਕੱਲ੍ਹ ਅਮੀਰ ਹੋਣਾ, ਇਸੇ ਚੱਕਰਾਂ ਦੇ ਵਿੱਚ ਤੁਸੀਂ ਆਪਣਾ ਅੱਜ ਖਰਾਬ ਕਰ ਲਓ। ਸੋ ਜਿਹੜੇ ਲੋਕ ਬੇਟਾ ਅੱਜ ਦੇ ਵਿੱਚ ਜੀਂਦੇ ਨੇ, ਪ੍ਰੈਜੈਂਟ ਸਮੇਂ ਦੇ ਵਿੱਚ ਜੀਂਦੇ ਨੇ, ਜੋ ਉਹਨਾਂ ਦਾ ਸਮਾਂ ਚੱਲ ਰਿਹਾ ਉਹਦਾ ਆਨੰਦ ਲੈਂਦੇ ਨੇ, ਉਹ ਮੈਨੂੰ ਲੱਗਦਾ ਕਿ ਜੀਵਨ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਸੋ ਜ਼ਿੰਦਗੀ ਜਿੱਥੇ ਆ, ਜਿਹੇ ਜਿਹੇ ਵੀ ਹਾਲਾਤਾਂ ਦੇ ਵਿੱਚ ਹੈਗੀ ਆ, ਉਹਨੂੰ ਹੱਸ ਕੇ ਉਹਦਾ ਸਾਹਮਣਾ ਕਰੋ, ਉਹਨੂੰ ਹੱਸ ਕੇ ਸਵੀਕਾਰੋ। ਜੇ ਖੁਸ਼ੀ ਆ ਤਾਂ ਉਹਦਾ ਪੂਰਾ ਆਨੰਦ ਲਓ, ਜੇ ਦੁੱਖ ਆ ਤਾਂ ਉਹਨੂੰ ਸਹਿਣਾ ਸਿੱਖਣਾ ਚਾਹੀਦਾ। ਸੋ ਇਹ ਬੇਟਾ ਜਿਹੜੇ ਕਾਰਨ ਨੇ ਜਿਹਦੇ ਨਾਲ ਜੀਵਨ 'ਚ ਖੁਸ਼ੀਆਂ ਆ ਸਕਦੀਆਂ ਨੇ। ਵੈਸੇ ਜਿਹੜੀਆਂ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਉਹਨਾਂ ਨੂੰ ਜੀਵਨ ਦੇ ਵਿੱਚ ਲੈ ਕੇ ਆਉਣਾ ਪੈਂਦਾ। ਸੋ ਆਓ ਆਪਾਂ ਪੜ੍ਹਦੇ ਹਾਂ ਬੇਟਾ ਲੇਖ, ਅਤੇ ਉਸ ਤੋਂ ਬਾਅਦ ਇਹਦੇ ਪ੍ਰਸ਼ਨ ਉੱਤਰ ਕਰਾਂਗੇ। ਖੁਸ਼ੀਆਂ ਆਪੇ ਨਹੀਂ ਆਉਂਦੀਆਂ। ਵਾਰਤਕ ਲੇਖ ਡਾਕਟਰ TR ਸ਼ਰਮਾ ਦੁਆਰਾ ਲਿਖਿਆ ਹੋਇਆ ਹੈ। ਇਸ ਲੇਖ ਵਿੱਚ ਲੇਖਕ ਨੇ ਇਹ ਸਪਸ਼ਟ ਕੀਤਾ ਹੈ ਕਿ ਖੁਸ਼ੀਆਂ ਨੂੰ ਬੁਲਾਉਣਾ ਪੈਂਦਾ ਹੈ ਅਤੇ ਮੁਸ਼ਕਲਾਂ ਅਤੇ ਉਹਨਾਂ ਦੇ ਆਉਣ ਲਈ ਰਸਤਾ ਤਿਆਰ ਕੀਤਾ ਜਾਂਦਾ ਹੈ। ਇੱਥੇ ਬੇਟਾ ਜੇ ਅਸੀਂ ਗੱਲ ਕਰੀਏ ਨਾ ਵੀ ਇੱਥੇ ਮੁਸਕਰਾ ਕੇ, ਕਿਤੇ ਇੱਥੇ ਲਿਖਿਆ ਪਿਆ ਮੁਸ਼ਕਲਾਂ ਲਈ, ਇੱਥੇ ਸਟੇਟਮੈਂਟ ਗਲਤ ਬੋਲੀ ਗਈ ਬੇਟਾ, ਇਹਨੂੰ ਦੁਬਾਰਾ ਰਿਪੀਟ ਕਰਦੇ ਹਾਂ ਕਿ ਇਸ ਲੇਖ ਵਿੱਚ ਲੇਖਕ ਨੇ ਇਹ ਸਪਸ਼ਟ ਕੀਤਾ ਹੈ ਕਿ ਖੁਸ਼ੀਆਂ ਨੂੰ ਬੁਲਾਉਣਾ ਪੈਂਦਾ ਹੈ ਅਤੇ ਮੁਸਕਰਾ ਕੇ, ਸਮਾਈਲਿੰਗ ਫੇਸ ਨਾਲ ਉਹਨਾਂ ਦੇ ਆਉਣ ਲਈ ਰਸਤਾ ਤਿਆਰ ਕੀਤਾ ਜਾਂਦਾ। ਸੋ ਜੀਵਨ ਦੇ ਵਿੱਚ ਜਿਹੜੀਆਂ ਖੁਸ਼ੀਆਂ ਨੂੰ ਲੈ ਕੇ ਆਉਣਾ ਬੇਟਾ, ਉਹਦੇ ਲਈ ਆਪਣੇ ਚਿਹਰੇ 'ਤੇ ਸਮਾਈਲ ਰੱਖਣੀ ਪੈਂਦੀ ਹੈ ਅਤੇ ਉਹਨਾਂ ਨੂੰ ਘਰ, ਜਿਵੇਂ ਅਸੀਂ ਕਿਸੇ ਮਹਿਮਾਨ ਨੂੰ
ਸਮਾਈਲ ਕਰਕੇ ਕਹਿੰਦੇ ਆ ਆਓ ਜੀ ਆਇਆਂ ਨੂੰ। ਇਸ ਤਰ੍ਹਾਂ ਖੁਸ਼ੀਆਂ ਨੂੰ ਬੁਲਾਉਣਾ ਪੈਂਦਾ ਅਤੇ ਖੁਸ਼ੀਆਂ ਆਪਣੇ ਆਪ ਜੀਵਨ ਦੇ ਵਿੱਚ ਨਹੀਂ ਆਉਂਦੀਆਂ। ਸੋ ਆਓ ਇਸ ਮੂਲ ਪਾਠ ਨੂੰ, ਮੂਲ ਲੇਖ ਨੂੰ ਪੜ੍ਹਦੇ ਹਾਂ। ਲੇਖਕ ਦੇ ਅਨੁਸਾਰ ਖੁਸ਼ੀਆਂ ਨੂੰ ਹਾਕਾਂ ਮਾਰ ਕੇ ਬੁਲਾਉਣਾ ਪੈਂਦਾ ਹੈ। ਇਹਨਾਂ ਦੇ ਆਉਣ ਦੀ ਉਡੀਕ ਵਿੱਚ ਰਸਤਾ ਬਣਾ ਕੇ ਇਹਨਾਂ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਪੈਂਦੀ ਹੈ। ਹਰ ਤਰ੍ਹਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਲਈ ਉਸ ਦੇ ਅਨੁਸਾਰ ਹੀ ਯਤਨਸ਼ੀਲ ਹੋਣਾ ਪੈਂਦਾ ਹੈ। ਮਨੁੱਖ ਨੂੰ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੇ ਨਿੱਕੇ ਰਿਸ਼ਤੇ ਅਤੇ ਵੱਡੀਆਂ ਵੱਡੀਆਂ ਖੁਸ਼ੀਆਂ ਪ੍ਰਦਾਨ ਕਰ ਸਕਦੇ ਹਨ। ਕਿਸੇ ਵੀ ਲੋੜਵੰਦ ਨੂੰ ਉਸ ਦੀ ਜ਼ਰੂਰਤ ਦੇ ਮੁਤਾਬਿਕ ਉਸ ਦੀ ਮਦਦ ਕਰਕੇ ਖੁਸ਼ੀ ਪ੍ਰਾਪਤ ਕੀਤੀ ਅਤੇ ਦਿੱਤੀ ਜਾ ਸਕਦੀ ਹੈ। ਹੁਣ ਬੇਟਾ ਇੱਥੋਂ ਸ਼ੁਰੂ ਹੁੰਦਾ ਕਿ ਕਿਵੇਂ ਖੁਸ਼ ਰਹਿ ਸਕਦੇ ਹਾਂ, ਜੀਵਨ ਦੇ ਵਿੱਚ ਖੁਸ਼ੀਆਂ ਕਿੱਥੋਂ ਮਿਲਦੀਆਂ ਨੇ, ਖੁਸ਼ ਹੋਣ ਲਈ ਕਿਹੜੇ ਕੰਮ ਕਰਨੇ ਪੈਂਦੇ ਨੇ। ਸੋ ਕੰਮਾਂ ਦੀ ਬੇਟਾ ਲੜੀ ਸ਼ੁਰੂ ਹੁੰਦੀ ਆ। ਇਹ ਪਹਿਲਾਂ ਮੁੱਢਲੀ ਇਨਫੋਰਮੇਸ਼ਨ ਹੈ ਕਿ ਖੁਸ਼ ਹੋਣ ਲਈ ਕਿੱਦਾਂ ਦਾ ਜੀਵਨ ਸਟਾਈਲ ਹੋਣਾ ਚਾਹੀਦਾ ਤੁਹਾਡਾ। ਕਹਿੰਦੇ ਕਈ ਵਾਰ ਉਹ ਨਿੱਕਾ ਜਿਹਾ ਕੰਮ ਕਰਕੇ ਵੀ ਬਹੁਤ ਵੱਡੀ ਖੁਸ਼ੀ ਪ੍ਰਾਪਤ ਹੁੰਦੀ ਹੈ। ਅਜਿਹੀ ਖੁਸ਼ੀ ਨੂੰ ਪ੍ਰਾਪਤ ਕਰਨਾ ਔਖਾ ਕੰਮ ਨਹੀਂ ਹੁੰਦਾ। ਅਜਿਹੇ ਮੌਕਿਆਂ ਨੂੰ ਵਾਰ-ਵਾਰ ਪ੍ਰਾਪਤ ਕਰਨਾ ਚਾਹੀਦਾ ਹੈ। ਸੋ ਤੁਸੀਂ ਕਿਸੇ ਲੋੜਵੰਦ ਗਰੀਬ ਬੰਦੇ ਦੀ ਮਦਦ ਕਰ ਦਿਓ, ਕਿਸੇ ਪਿਆਸੇ ਰਾਹੀ ਨੂੰ ਪਾਣੀ ਪਿਆ ਦਿਓ, ਕਿਸੇ ਭੁੱਖੇ ਨੂੰ ਭੋਜਨ ਛਕਾ ਦਿਓ, ਅਤੇ ਉਹ ਵੀ ਖੁਸ਼ ਅਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਸੇ ਦਾ ਭਲਾ ਕੀਤਾ। ਸੋ ਕਹਿੰਦੇ ਇਹ ਕਦੇ ਜੀਵਨ 'ਚ ਇੱਕ ਵਾਰ ਕਰਕੇ ਨਹੀਂ ਰੋਕ ਦੇਣਾ ਚਾਹੀਦਾ ਕੰਮ, ਇਹਨੂੰ ਵਾਰ-ਵਾਰ ਕਰਦੇ ਜਾਓ ਅਤੇ ਜੀਵਨ ਦੇ ਵਿੱਚ ਤੁਸੀਂ ਖੁਸ਼ ਰਹਿਣ ਦੀ ਆਦਤ ਪਾ ਸਕਦੇ ਹੋ। ਅੱਗੇ ਹੈਗਾ ਕਿ ਕਿਸੇ ਨਾਲ ਮਿੱਠਾ ਬੋਲਣਾ, ਬੱਚਿਆਂ ਨੂੰ ਪਿਆਰ ਕਰਨਾ, ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਬੱਚਿਆਂ ਨਾਲ ਖੇਡਣਾ, ਉਹਨਾਂ ਨਾਲ ਹੱਸ ਕੇ ਗੱਲਾਂ ਕਰਨੀਆਂ ਆਦਿ ਖੁਸ਼ੀ ਪ੍ਰਾਪਤ ਕਰਨ ਦੇ ਸਭ ਤੋਂ ਵਧੀਆ ਸਾਧਨ ਹਨ। ਮਿੱਠਾ ਬੋਲਣਾ, ਸਾਰਿਆਂ ਨੂੰ ਮਾਣ ਸਤਿਕਾਰ ਦੇ ਨਾਲ ਬੋਲੋ। ਸਮਾਜ ਦੇ ਵਿੱਚ ਜਿੱਥੇ ਵੀ ਕੋਈ ਤੁਹਾਡੇ ਤੋਂ ਛੋਟਾ ਰਹਿ ਰਿਹਾ ਉਹਨੂੰ ਪਿਆਰ ਕਰੋ, ਬਰਾਬਰਦਿਆਂ ਦਾ ਸਤਿਕਾਰ ਕਰੋ। ਜਿਹੜੇ ਉਸ ਤੋਂ ਜ਼ਿਆਦਾ ਵੱਡੇ ਨੇ ਉਮਰ ਦੇ, ਉਹਨਾਂ ਦਾ ਤਾਂ ਹੱਦ ਤੋਂ ਵੱਧ ਦੋਏ ਹੱਥ ਜੋੜ ਕੇ ਸਾਨੂੰ ਸਤਿਕਾਰ ਅਦਬ ਕਰਨਾ ਚਾਹੀਦਾ। ਸੋ ਵੱਡਿਆਂ ਦਾ ਆਦਰ ਸਤਿਕਾਰ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਜੀਵਨ ਦੇ ਵਿੱਚ ਬੇਟਾ ਅੱਗੇ ਸਫਲਤਾ ਦੇ ਰਾਸਤੇ 'ਤੇ ਪਾਉਂਦੀਆਂ ਨੇ, ਜੇਕਰ ਅਸੀਂ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਜਾਣਦੇ ਹਾਂ। ਬੱਚਿਆਂ ਦੇ ਨਾਲ ਖੇਡਣ ਨਾਲ ਵੀ ਖੁਸ਼ੀ ਮਿਲਦੀ ਹੈ, ਉਹਨਾਂ ਨਾਲ ਹੱਸ ਕੇ ਗੱਲਾਂ ਕਰਨ ਨਾਲ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ। ਸੋ ਬੇਟਾ ਖੁਸ਼ੀ ਪ੍ਰਾਪਤ ਕਰਨ ਦੇ ਇੱਕ ਨਹੀਂ ਅਨੇਕਾਂ ਸਾਧਨ ਨੇ। ਗੱਲ ਇਹ ਹੈ ਕਿ ਤੁਸੀਂ ਕਿਹੜਾ ਸਾਧਨ ਅਪਣਾਇਆ ਹੋਇਆ ਹੈ। ਜਿਨ੍ਹਾਂ ਪਰਿਵਾਰਾਂ ਦੇ ਘਰੇਲੂ ਮਾਹੌਲ ਠੀਕ ਨਹੀਂ ਹੁੰਦੇ, ਕਈ ਵਾਰ ਘਰ 'ਚ ਮੀਆਂ ਬੀਬੀ, ਤੁਹਾਡੇ ਮੰਮੀ ਡੈਡੀ ਆਪਸ ਵਿੱਚ ਉਹਨਾਂ ਦੀ ਨਹੀਂ ਬਣਦੀ, ਪੂਰਾ ਪਰਿਵਾਰ ਹੀ ਦੁਖੀ ਹੁੰਦਾ। ਘਰ ਦੇ ਬੇਟਾ 2 ਜੀ ਪੂਰੇ 8-10 ਟੱਬਰਾਂ ਦੇ ਜੋ ਜੀਆਂ ਦਾ ਪਰਿਵਾਰ ਹੁੰਦਾ, ਉਹਦਾ ਮਾਹੌਲ ਖ਼ਰਾਬ ਕਰ ਦਿੰਦੇ ਨੇ। ਜੇ 2 ਜੀ ਵੀ ਘਰ ਦੇ ਵਿੱਚ ਇੱਦਾਂ ਦੇ ਹੋਣ, ਜੀ ਤਾਂ ਇੱਕ ਹੀ ਬਹੁਤ ਹੁੰਦਾ ਇੱਦਾਂ ਦਾ, ਜਿਹੜਾ ਰੂਡ ਬਿਹੇਵ ਕਰਦਾ ਹੋਵੇ, ਦੂਸਰਿਆਂ ਨਾਲ ਲੜਦਾ ਝਗੜਦਾ ਹੋਵੇ। ਹੁਣ ਕਹਿੰਦੇ ਜਿਨ੍ਹਾਂ ਪਰਿਵਾਰਾਂ ਦੇ ਘਰੇਲੂ ਮਾਹੌਲ ਠੀਕ ਨਹੀਂ ਹੁੰਦੇ, ਪਤੀ ਪਤਨੀ ਦੇ ਆਪਸੀ ਲੜਾਈ ਝਗੜੇ ਹੁੰਦੇ ਰਹਿੰਦੇ ਹਨ, ਉੱਥੇ ਉਹ ਲੋਕ ਆਪ ਤਾਂ ਪਰੇਸ਼ਾਨ ਹੁੰਦੇ ਹੀ ਹਨ, ਉਸ ਦੇ ਨਾਲ ਬੱਚਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ। ਗੱਲ ਕੋਈ ਖਾਸ ਵੱਡੀ ਨਹੀਂ ਹੁੰਦੀ। ਅਜਿਹੇ ਮਸਲਿਆਂ ਨੂੰ ਪਤੀ ਪਤਨੀ ਆਰਾਮ ਨਾਲ ਬੈਠ ਕੇ ਵੀ ਹੱਲ ਕਰ ਸਕਦੇ ਹਨ। ਅਜਿਹੀ ਕਿਹੜੀ ਸਮੱਸਿਆ ਹੈ ਜਿਸ ਦਾ ਹੱਲ ਨਹੀਂ ਨਿਕਲ ਸਕਦਾ? ਲੋੜ ਹੁੰਦੀ ਹੈ ਸਮਝਦਾਰੀ ਨਾਲ ਠੰਡੇ ਹੋ ਕੇ ਫੈਸਲਾ ਕਰਨ ਦੀ। ਇਸ ਤਰ੍ਹਾਂ ਕਰਨ ਦੇ ਨਾਲ ਸਮੁੱਚੇ ਮਾਹੌਲ ਨੂੰ ਵਧੀਆ ਬਣਾਇਆ ਜਾ ਸਕਦਾ। ਹੁਣ ਬੇਟਾ ਜਿਵੇਂ ਘਰ ਦੇ ਵਿੱਚ ਜਿਹੜੇ ਮੀਆਂ ਬੀਬੀ ਨੇ, ਉਹ ਮਾੜੀ ਮਾੜੀ ਗੱਲ 'ਤੇ ਜੀ ਲੜਾਈ ਕਰਦੇ ਨੇ, ਸਾਰੇ ਘਰ ਦਾ ਮਾਹੌਲ ਖ਼ਰਾਬ ਹੁੰਦਾ। ਪਰ ਕਹਿੰਦੇ ਜੇ ਉਹ ਸਮਝਦਾਰੀ ਦੇ ਨਾਲ ਬੈਠ ਕੇ ਚੰਗੀ ਤਰ੍ਹਾਂ ਆਪਣੇ ਮਸਲੇ ਦੇ ਵਿੱਚ ਜਿਹੜੀ ਵੀ ਧਿਰ ਦੀ ਗਲਤੀ ਉਹ ਆਪਣੀ ਗਲਤੀ ਮੰਨ ਲਵੇ ਅਤੇ ਮਸਲਾ ਉੱਥੇ ਹੀ ਹੱਲ। ਸੋ ਕਹਿੰਦੇ ਜੇਕਰ ਮੀਆਂ ਬੀਬੀ ਇਸ ਤਰ੍ਹਾਂ ਘਰ ਦੇ ਘਰੇਲੂ ਝਗੜਿਆਂ ਨੂੰ ਨਜਿੱਠ ਲੈਣ ਤਾਂ ਜੀਵਨ ਦੇ ਵਿੱਚ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਨੇ, ਘਰ ਦਾ ਮਾਹੌਲ ਵਧੀਆ ਬਣਾਇਆ ਜਾ ਸਕਦਾ ਹੈ। ਕੋਈ ਵੀ ਇਨਸਾਨ ਮੁਸਕਰਾਉਂਦਾ ਜਾਂ ਹੱਸਦਾ ਹੋਇਆ ਪੈਦਾ ਨਹੀਂ ਹੁੰਦਾ। ਇਸ ਜਹਾਨ ਵਿੱਚ ਹੱਸਣ ਜਾਂ ਮੁਸਕਰਾਉਣ ਦੀ ਆਦਤ ਪਾਉਣੀ ਪੈਂਦੀ ਹੈ। ਸਾਨੂੰ ਅਕਸਰ ਹਰ ਥਾਂ 'ਤੇ ਹੱਸਣ ਵਾਲੇ ਮੁਸਕਰਾਉਂਦੇ ਚਿਹਰੇ ਦੇਖਣ ਨੂੰ ਮਿਲ ਜਾਂਦੇ ਹਨ। ਇਹ ਲੋਕ ਹਮੇਸ਼ਾ ਹੀ ਖਿੜੇ ਹੋਏ ਗੁਲਾਬ ਦੇ ਵਾਂਗ ਆਪਣੇ ਹਾਸੇ ਦੀਆਂ ਮਹਿਕਾਂ ਖਿਲਾਰਦੇ ਰਹਿੰਦੇ ਹਨ। ਗੰਭੀਰ ਅਤੇ ਮੁਸੀਬਤ ਭਰੇ ਮਾਹੌਲ ਵਿੱਚ ਵੀ ਉਹਨਾਂ ਦੇ ਚਿਹਰੇ ਉੱਤੇ ਗਮ ਦੀਆਂ ਲਕੀਰਾਂ ਨਹੀਂ ਹੁੰਦੀਆਂ। ਇਸ ਗੱਲ ਦੀ ਵੀ ਹੈਰਾਨੀ ਹੁੰਦੀ ਹੈ ਕਿ ਉਹ ਹੱਸਦੇ ਖੇਡਦੇ ਹੀ ਇਹਨਾਂ ਮੁਸ਼ਕਲਾਂ ਦਾ ਠੋਸ ਹੱਲ ਵੀ ਲੱਭ ਲੈਂਦੇ ਹਨ। ਉਹਨਾਂ ਨੇ ਮੁਸੀਬਤ ਵੇਲੇ ਵੀ ਮੁਸੀਬਤਾਂ ਅਤੇ ਔਕੜਾਂ ਨਾਲ ਖਿੜੇ ਮੱਥੇ ਘੁਲਣ ਦੀ ਆਦਤ ਪਾਈ ਹੁੰਦੀ ਹੈ।
ਉਹਨਾਂ ਦੇ ਕੋਲ ਬੇਸ਼ੁਮਾਰ ਹਾਸਿਆਂ ਦੀਆਂ ਫੁੱਲ ਝੜੀਆਂ ਹੁੰਦੀਆਂ ਹਨ ਜੋ ਉਹਨਾਂ ਦੇ ਆਲੇ ਦੁਆਲੇ ਰਹਿਣ ਵਾਲਿਆਂ ਨੂੰ ਖੁਸ਼ ਰੱਖਦੀਆਂ ਹਨ। ਸੋ ਬੇਟਾ ਜਿਹੜੇ ਇਨਸਾਨ ਨੇ ਜੀਵਨ ਦੇ ਵਿੱਚ ਅਸੀਂ ਦੇਖੋਗੇ ਕਿੰਨੇ ਖੁਸ਼ ਚਿਹਰੇ ਵਾਲਾ ਇਹ ਇਨਸਾਨ ਆ। ਆਪਾਂ ਨੂੰ ਲੱਗਦਾ ਕੋਈ ਨਹੀਂ, ਇਹਨੇ ਕਦੇ ਦੁੱਖ ਨਹੀਂ ਦੇਖਿਆ। ਜਦੋਂ ਜ਼ਿੰਦਗੀ 'ਚ ਦੁੱਖ ਆਏ ਨਾ ਫਿਰ ਇਹ ਰੋਊਗਾ। ਸੋ ਕਹਿੰਦੇ ਬੇਟਾ ਇਹ ਨਹੀਂ ਹੈ ਕਿ ਉਹਨਾਂ ਦੇ ਜੀਵਨ 'ਚ ਦੁੱਖ ਨਹੀਂ ਆਉਂਦੇ, ਉਹਨਾਂ ਦੇ ਜੀਵਨ 'ਚ ਵੀ ਸਾਡੇ ਤਰ੍ਹਾਂ ਦੁੱਖ ਸੁੱਖ ਆਉਂਦੇ ਨੇ, ਪਰ ਉਹਨਾਂ ਨੇ ਆਪਣੇ ਆਪ ਨੂੰ ਢਾਲ ਲਿਆ ਹੁੰਦਾ ਕਿ ਉਹ ਹਰੇਕ ਦੁੱਖ ਨੂੰ, ਹਰੇਕ ਸਮੱਸਿਆ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਨੇ। ਉਸ ਦੁੱਖ ਨੂੰ ਸਹਿਣ ਦੀ ਉਹਨਾਂ ਨੇ ਆਦਤ ਪਾਈ ਹੁੰਦੀ ਆ। ਉਹਨਾਂ ਨੇ ਉਸ ਪੱਧਰ ਤੱਕ ਉਹਨਾਂ ਦਾ ਮਾਨਸਿਕ ਜਿਹੜੀ ਸੋਚ ਆ ਵਿਕਸਿਤ ਹੋਈ ਹੈ ਕਿ ਉਹ ਹਰੇਕ ਦੁੱਖ ਨੂੰ ਵੀ ਹੱਸ ਕੇ ਸਵੀਕਾਰਦੇ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਪੱਧਰ ਹੁੰਦਾ, ਇੰਝ ਲੱਗਦਾ ਕਹਿੰਦੇ ਜਿਵੇਂ ਉਹਨਾਂ ਕੋਲ ਹਾਸੇ ਦੀਆਂ ਫੁੱਲ ਝੜੀਆਂ ਹੋਣ। ਉਹ ਆਪ ਤਾਂ ਖੁਸ਼ ਹੁੰਦੇ ਹੀ ਨੇ, ਦੂਸਰਿਆਂ ਨੂੰ ਵੀ ਖੁਸ਼ੀ ਦਿੰਦੇ ਨੇ ਜਿੱਥੇ ਉਹ ਰਹਿੰਦੇ ਨੇ। ਉਹਨਾਂ ਨੂੰ ਦੇਖ ਕੇ ਕਈ ਵਾਰੀ ਲੋਕੀ ਇਹ ਭੁਲੇਖਾ ਖਾ ਜਾਂਦੇ ਹਨ ਕਿ ਸ਼ਾਇਦ ਉਹਨਾਂ ਲੋਕਾਂ ਨੇ ਕਦੀ ਗਮੀ ਜਾਂ ਗਮ ਜਾਂ ਔਕੜ ਦਾ ਮੁਕਾਬਲਾ ਹੀ ਨਹੀਂ ਕੀਤਾ ਹੋਵੇਗਾ। ਇਹ ਉਹਨਾਂ ਨੂੰ ਭਰਮ ਹੁੰਦਾ ਦੇਖਣ ਵਾਲੇ ਨੂੰ ਵੀ, ਇਹਨੇ ਸ਼ਾਇਦ ਕਦੇ ਔਕੜ ਦੇਖੀ ਹੋਣੀ ਤਾਂ ਹੱਸਦਾ ਇਹ। ਪਰ ਅਜਿਹਾ ਨਹੀਂ ਹੁੰਦਾ। ਇਹਨਾਂ ਲੋਕਾਂ ਉੱਪਰ ਵੀ ਮੁਸੀਬਤਾਂ ਅਤੇ ਗਮਾਂ ਦੇ ਪਹਾੜ ਟੁੱਟਦੇ ਹਨ, ਪਰ ਇਹ ਮੁਸੀਬਤ ਵੇਲੇ ਵੀ ਘਬਰਾਉਂਦੇ ਨਹੀਂ, ਸਗੋਂ ਧੀਰਜ ਨਾਲ ਹੱਸਦੇ ਖੇਡਦੇ ਮੁਸੀਬਤ ਦੀਆਂ ਗੰਢਾਂ ਖੋਲ੍ਹ ਲੈਂਦੇ ਹਨ, ਸਮੱਸਿਆ ਨੂੰ ਉਹ ਸੁਲਝਾ ਲੈਂਦੇ ਹਨ। ਹਰ ਕੋਈ ਅਜਿਹਾ ਕਰ ਸਕਦਾ ਹੈ, ਇਸ ਲਈ ਸਿਰਫ ਉਸਾਰੂ ਸੋਚ ਅਤੇ ਯੋਜਨਾਬੰਦੀ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ। ਉਸਾਰੂ ਸੋਚ ਹੁੰਦੀ ਬੜਾ ਜਿਹੜਾ ਪੋਜ਼ੀਟਿਵ ਸੋਚੇ ਅਤੇ ਹਰੇਕ ਕੰਮ ਨੂੰ ਯੋਜਨਾ ਭਾਵ ਪਲੈਨਿੰਗ ਨਾਲ ਕਰੇ। ਕਹਿੰਦੇ ਐਸੇ ਬੰਦੇ ਨੇ ਜਿਹੜੇ ਉਹ ਜੀਵਨ 'ਚ ਇਹਨਾਂ ਸਮੱਸਿਆਵਾਂ ਦੀਆਂ ਗੰਢਾਂ ਦਾ ਭਾਵ ਬੇਟਾ ਕਿਸੇ ਉਲਝਣ ਨੂੰ ਸੁਲਝਾ ਲੈਂਦੇ ਨੇ। ਜਿਨ੍ਹਾਂ ਦੀ ਜਿਹੜੀ ਸੋਚ ਆ ਉਹ ਸੁਚਾਰੂ ਆ, ਪੋਜ਼ੀਟਿਵ ਸੋਚਦੇ ਨੇ ਹਮੇਸ਼ਾ। ਸਾਡੇ ਵੱਡੇ ਵਡੇਰਿਆਂ ਨੇ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸੱਦਾ ਦੇਣ ਦੇ ਕਈ ਢੰਗ ਕੱਢੇ ਹੋਏ ਹਨ। ਬੇਟਾ ਜਿਹੜੇ ਸਾਡੇ ਬਜ਼ੁਰਗ ਨੇ ਨਾ, ਉਹਨਾਂ ਨੇ ਪੁਰਾਤਨ ਸਮੇਂ 'ਚ ਜਿੰਨੇ ਸਾਡੇ ਰੀਤੀ ਰਿਵਾਜ ਨੇ, ਸੋਚ ਕੇ ਦੇਖੋ ਕਿ ਤੁਸੀਂ ਕਹੋ ਕਿ ਜਨਮ ਦੀ ਜਿਹੜੀ ਰਸਮ ਹੈ, ਜਦੋਂ ਨਿੰਮ ਬੰਨ੍ਹਿਆ ਜਾਂਦਾ ਹੈ, ਕੋਈ ਲੱਡੂ ਲੈ ਕੇ ਆਉਂਦੇ ਨੇ, ਕੋਈ ਵਧਾਈਆਂ ਦਿੰਦੇ ਨੇ, ਵੀ ਇਹ ਕਿਹਨੇ ਸ਼ੁਰੂ ਕਰੇ ਹੋਣਗੀਆਂ ਰਸਮਾਂ। ਜਿਵੇਂ ਬੇਟਾ ਇੱਕ ਨਾ ਜਿਹੜੇ ਨਹਾਉਣ ਹੁੰਦੇ ਨੇ ਜੀਵਨ 'ਚ, ਕਹਿੰਦੇ 3 ਨਹਾਉਣ ਹੁੰਦੇ ਨੇ ਬੰਦੇ ਦੇ। ਇੱਕ ਤਾਂ ਜਨਮ ਵੇਲੇ ਨਿਭਾਇਆ ਜਾਂਦਾ ਉਹਨੂੰ ਸ਼ਗਨਾਂ ਨਾਲ, ਇੱਕ ਵਿਆਹ ਵੇਲੇ ਉਹਦੇ ਸ਼ਗਨ ਕਰਕੇ ਨਿਭਾਇਆ ਜਾਂਦਾ, ਅਤੇ ਇੱਕ ਅੰਤਿਮ ਸਮੇਂ ਉਹਨੂੰ ਨਿਭਾਇਆ ਜਾਂਦਾ। ਇਹ ਰਸਮਾਂ ਨੇ। ਅਤੇ ਫਿਰ ਬੇਟਾ ਉਹਦੇ ਸੰਸਕਾਰ ਦੀ ਰਸਮ, ਫਿਰ ਫੁੱਲਾਂ ਦੀ ਰਸਮ, ਫਿਰ ਮਕਾਨਾਂ ਦੀ ਰਸਮ, ਅਤੇ ਫਿਰ ਅਸੀਂ ਜੇ ਕਰਦੇ ਹਾਂ ਗੱਲ ਭੋਗ ਦੀ ਰਸਮ, ਅਤੇ ਫਿਰ ਭੋਗ ਦੇ ਉੱਪਰ ਕਈ ਵਾਰੀ ਪਗੜੀ ਬੰਨ੍ਹਣ ਦੀ ਰਸਮ। ਇਹ ਸਾਰੀਆਂ ਰਸਮਾਂ ਨੇ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਚਲਾਈਆਂ ਨੇ। ਜੇ ਕਿਸੇ ਦੇ ਜੀਵਨ ਦੇ ਵਿੱਚ ਟ੍ਰੈਜਡੀ ਹੋ ਗਈ, ਕਿਸੇ ਦੇ ਘਰੇ ਡੈਥ ਹੋ ਗਈ, ਤਾਂ ਉਹਦੇ ਡੈਥ ਨਾਲ ਸੰਬੰਧਿਤ ਬਹੁਤ ਸਾਰੀਆਂ ਰਸਮਾਂ ਨੇ ਜਿਹੜੀਆਂ ਆਪਾਂ ਨੇ ਹੁਣ ਜ਼ਿਕਰ ਕੀਤਾ। ਸੋ ਬੇਟਾ ਇਹ ਜਿਹੜੀਆਂ ਰਸਮਾਂ ਨੇ, ਜਿਹੜੇ ਸਾਡੇ ਰਿਵਾਜ਼ ਨੇ, ਜਿਵੇਂ ਹੁਣ ਤੀਆਂ ਦਾ ਤਿਉਹਾਰ ਆ, ਭਰਾ ਨੇ ਆਪਣੀ ਭੈਣਾਂ ਨੂੰ ਬਿਸਕੁਟ ਦੇ ਕੇ ਆਉਂਦੇ ਨੇ ਸਾਉਣ ਦੇ ਮਹੀਨੇ। ਸੋ ਦੀਵਾਲੀ 'ਤੇ ਅਸੀਂ ਇੱਕ ਦੂਜੇ ਨੂੰ ਗਿਫਟ ਦਿੰਦੇ ਹਾਂ, ਲੋਹੜੀ ਦੇ ਉੱਪਰ ਇੱਕ ਦੂਜੇ ਨੂੰ ਅਸੀਂ ਗਿਫਟ ਦਿੰਦੇ ਹਾਂ, ਤੋਹਫੇ ਦਿੰਦੇ ਹਾਂ। ਜੇ ਕਿਸੇ ਸਾਡੀ ਧੀ ਦਾ ਵਿਆਹ ਹੁੰਦਾ, ਨਾਨਕੇ ਵੱਲੋਂ ਨਾਨਕਾ ਮੇਲ ਆਉਂਦਾ। ਨਾਨਕੇ ਮੇਲ ਦੇ ਵਿੱਚ ਜਿਹੜੇ ਮੈਂ ਪਹਿਲੀ ਬੇਟਾ ਅਸੀਂ ਕਹਿੰਦੇ ਹਾਂ ਬੱਚੀ ਦਾ ਜਾਂ ਬੱਚੇ ਦਾ ਵਿਆਹ ਹੁੰਦਾ, ਨਾਨਕਾ ਮੇਲ ਜਿਹੜਾ ਮੜਾ ਬੰਨ੍ਹ ਕੇ ਆਉਂਦੇ ਨੇ। ਮੜਾ ਬੰਨ੍ਹਣ ਤੋਂ ਭਾਵ ਜਿਹੜਾ ਨਾਨਕਾ ਮੇਲ ਆ, ਉਹ ਪਹਿਲੀ ਜਿਹੜੀ ਅਸੀਂ ਨਾਨਕਿਆਂ ਵੱਲੋਂ ਇੱਕ ਰਸਮ ਹੈ ਜਿਹਦੇ ਵਿੱਚ ਬਹੁਤ ਸਾਰਾ ਦਹੇਜ, ਕੱਪੜਾ, ਲੀੜਾ ਰਸਮ ਦੇ ਤੌਰ 'ਤੇ ਦਿੱਤਾ ਜਾਂਦਾ। ਸੋ ਜਿਵੇਂ ਇਹ ਹੁੰਦਾ ਕਿ ਜਿਵੇਂ ਕੋਈ ਕੁੜੀ ਦੇ ਬੇਟਾ ਜਾਂ ਬੇਟੀ ਆ, ਪਹਿਲਾ ਜੇਠਾ ਬੱਚਾ, ਉਹਦਾ ਜਦੋਂ ਵਿਆਹ ਹੁੰਦਾ, ਉਹਦੀ ਵਿਚਾਰੇ ਨੂੰ ਉਹਨੂੰ ਇੰਨਾ ਐਕਸਪੀਰੀਅੰਸ ਨਹੀਂ ਹੁੰਦਾ, ਅਤੇ ਉਹ ਫਿਰ ਜਿਹੜੇ ਨਾਨਕਿਆਂ ਦੇ ਸਿਆਣੀਆਂ ਨਾਨਕੀਆਂ ਨੇ ਜਾਂ ਨਾਨੇ ਮਾਮੇ ਇਕੱਠੇ ਹੋ ਕੇ ਉੱਥੇ ਜਾਂਦੇ ਨੇ, ਉਹਨੂੰ ਵਿਆਹ ਸੰਬੰਧੀ ਬਹੁਤ ਸਾਰਾ ਲੈਣ ਦੇਣ ਦੇ ਕੇ ਆਉਂਦੇ ਨੇ। ਫਿਰ ਅਗਲੇ ਬੱਚਿਆਂ ਦੇ ਵਿਆਹ ਲਈ ਉਹਨੂੰ ਸਾਰੇ ਸਮਝ ਆ ਜਾਂਦੇ ਆ ਕਿਹੜੇ ਰਸਮ ਰਿਵਾਜ ਕਿੱਦਾਂ ਕਰਨੇ ਨੇ। ਅਤੇ ਬੇਟਾ ਸਾਰੇ ਰਸਮਾਂ ਹੀ ਨੇ। ਇਹ ਖੁਸ਼ ਹੋਣ ਦੇ ਅਤੇ ਖੁਸ਼ੀ ਨੂੰ ਵਧਾਉਣ ਦੇ, ਦੁੱਖ ਵੇਲੇ ਦੁੱਖ ਨੂੰ ਘਟਾਉਣ ਦੇ ਇਹ ਢੰਗ ਨੇ ਜਿਹੜੇ ਸਾਡੇ ਵੱਡੇ ਵਡੇਰਿਆਂ ਨੇ ਸੋਚੇ ਹੋਏ ਸੀ। ਜਿਵੇਂ ਬੇਟਾ ਰਸਮਾਂ, ਰੀਤਾਂ, ਮੇਲਿਆਂ, ਜਿਵੇਂ ਸਾਡੇ ਮੇਲੇ ਨੇ, ਗੁੱਗਾ ਮਾੜੀ ਦਾ ਮੇਲਾ ਹੋ ਗਿਆ, ਕਲਰਕੋਟ ਮਾਈ ਦਾ ਮੇਲਾ ਹੋ ਗਿਆ, ਵਿਸਾਖੀ ਦਾ ਮੇਲਾ ਹੋ ਗਿਆ, ਹੋਰ ਬਹੁਤ ਸਾਰੇ ਮੇਲੇ ਨੇ ਜਿੱਥੋਂ ਸਾਨੂੰ ਖੁਸ਼ੀ ਮਿਲਦੀ ਆ। ਸਮਾਗਮਾਂ, ਜਿਹੜੇ ਸਮਾਗਮ ਅਸੀਂ ਕਰਦੇ ਹਾਂ ਵੀ ਸਾਲਾਨਾ ਸਮਾਗਮ, ਵੀ ਇੱਥੇ ਬਰਸੀ ਮਨਾਈ ਜਾ ਰਹੀ ਆ, ਜਾਂ ਕਿਸੇ ਗੁਰੂ ਜੀ ਦਾ ਜਨਮ ਦਿਹਾੜਾ ਮਨਾ ਲਿਆ, ਮੱਸਿਆ ਮਨਾ ਲਈ, ਸੰਗਰਾਂਦ ਮਨਾ ਲਈ। ਇਹ ਸਾਰੇ ਸਮਾਗਮ ਨੇ ਬੇਟਾ, ਧਾਰਮਿਕ ਤਿਉਹਾਰਾਂ ਦੇ ਰੂਪ ਵਿੱਚ ਸਾਡੇ ਦਰਮਿਆਨ ਵਿਚਰਦੇ ਹਨ। ਇਹ ਸਾਰੇ ਰਸਮ ਰਿਵਾਜ ਸਾਡੇ ਵੱਡ ਵਡੇਰਿਆਂ ਨੇ ਜਿਹੜੇ ਬਣਾਏ ਸੀ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਵਿਚਕਾਰ ਇਹ ਚੱਲਦੇ ਰਹਿੰਦੇ ਨੇ। ਅਸੀਂ ਇਹਨਾਂ ਨਾਲ ਜੁੜ ਕੇ ਜੀਵਨ ਦੇ ਵਿੱਚ ਅੱਗੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ। ਬਹੁਤ ਸਾਰੇ ਤਿਉਹਾਰ ਅਤੇ ਸਮਾਗਮ ਖੁਸ਼ੀ ਪ੍ਰਾਪਤੀ ਦੇ ਹੀ ਉਪਰਾਲੇ ਹਨ।
ये सारे कहने जिन्ने भी ਤਿਉਹਾਰ ने फैसटीवल ने रस्म रिवाज ने ये खुशी प्राप्त करने ਦੇ ही ਉਪਰਾਲੇ ਹਨ। बेटा ਜਿਹੜੀ ਦੁੱਖ ਨਾਲ ਸੰਬੰਧਿਤ ਰਸਮ ਰਿਵਾਜ ਨੇ ਉੱਥੇ ਇਹ ਨਹੀਂ ਹੈ ਵੀ ਸਾਨੂੰ ਉੱਥੇ ਵੀ ਖੁਸ਼ੀ ਮਿਲਦੀ ਆ। ਉੱਥੇ ਬੇਟਾ ਜਿਹੜਾ ਬੰਦੇ ਦਾ ਦੁੱਖ ਆ ਉਹ ਦੁੱਖ ਦੇ ਵਿੱਚ ਉਹਨੂੰ ਰਾਹਤ ਮਿਲਦੀ ਆ, ਉਹ ਰਾਹਤ ਹੀ ਇੱਕ ਖੁਸ਼ੀ ਹੁੰਦੀ ਹੈ ਬੇਟਾ ਦੁੱਖ ਦੇ ਟਾਈਮ ਜਦੋਂ ਅਸੀਂ ਕਿਸੇ ਦੇ ਸ਼ਰੀਕ ਹੁੰਦੇ ਹਾਂ। ਅੱਗੇ ਹੈਗਾ ਬੇਟਾ ਕਹਿੰਦਾ ਇਹਨਾਂ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਆਧੁਨਿਕ ਸਮੇਂ ਵਿੱਚ ਅਜਿਹੇ ਮੌਕਿਆਂ ਵਿੱਚ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੇਟਾ ਜਿਹੜੇ ਇਹ ਤਾਂ ਪੁਰਾਣੇ ਰੀਤੀ ਰਿਵਾਜ ਨੇ, ਪਰ ਕਹਿੰਦੇ ਵੀ ਜਿਹੜਾ ਅੱਜ ਦਾ ਯੁੱਗ ਆ ਜਿਵੇਂ 21ਵੀਂ ਸਦੀ ਚੱਲ ਰਹੀ ਹੈ ਕਿ ਇਹਦੇ ਵਿੱਚ ਵੀ ਮਨੁੱਖ ਨੇ ਖੁਸ਼ੀਆਂ ਨੂੰ ਵਧਾਉਣ ਦੇ ਕੋਈ ਨਵੇਂ ਢੰਗ ਉਪਰਾਲੇ ਕੱਢੇ ਨੇ। ਉਹ ਕਿਹੜੇ ਨੇ ਦੇਖਦੇ ਆ ਬੇਟਾ ਕਿ ਆਧੁਨਿਕ ਸਮੇਂ ਨੇ ਅਜਿਹੇ ਮੌਕਿਆਂ ਵਿੱਚ ਆਜ਼ਾਦੀ, ਗਣਤੰਤਰਤਾ ਦਿਵਸ, ਬਾਲ ਦਿਵਸ, ਅਧਿਆਪਕ ਦਿਵਸ, ਮਾਂ ਦਿਵਸ, ਪਿਤਾ ਦਿਵਸ, ਧਰਤੀ ਦਿਵਸ ਆਦਿ ਵੀ ਜੋੜ ਦਿੱਤੇ ਹਨ। ਇਹ ਆਧੁਨਿਕ ਸਮੇਂ ਦੇ ਬੇਟਾ ਖੁਸ਼ੀਆਂ ਪ੍ਰਾਪਤ ਕਰਨ ਦੇ ਸਾਧਨ ਨੇ ਜਿਹੜੇ ਅਸੀਂ ਆਹ ਡੇ ਸੈਲੀਬ੍ਰੇਟ ਕਰਦੇ ਹਾਂ। ਬਹੁਤ ਸਾਰੇ ਡੇ ਨੇ। ਅੱਗੇ ਹੈਗਾ ਪਤੀ ਦਾ ਪਤਨੀ ਦੇ ਜਾਂ ਪਤਨੀ ਦਾ ਪਤੀ ਦੇ ਕੰਮ ਵਿੱਚ ਮਦਦ ਕਰਨਾ। ਇਕੱਲਾ ਇਹੀ ਨਹੀਂ ਕਿ ਪਤੀ, ਜੇ ਕੋਈ ਪਤੀ ਮੰਨ ਲਓ ਬਿਜ਼ਨਸ ਕਰ ਰਿਹਾ, ਜੇ ਉਹਦੀ ਪਤਨੀ ਉਹਦੇ ਵਿੱਚ ਸਾਥ ਦੇ ਰਹੀ ਹੈ ਤਾਂ ਪਤੀ ਨੂੰ ਖੁਸ਼ੀ ਮਿਲਦੀ ਆ। ਜੇ ਪਤਨੀ ਕੋਈ ਬਿਜ਼ਨਸ ਕਰ ਰਹੀ ਹੈ, ਪਤੀ ਉਹਦੇ ਵਿੱਚ ਉਹਦਾ ਸਾਥ ਦਿੰਦਾ ਤਾਂ ਪਤਨੀ ਨੂੰ ਖੁਸ਼ੀ ਮਿਲਦੀ ਆ। ਪਤੀ ਦਾ ਪਤਨੀ ਦੇ ਕੰਮ ਵਿੱਚ ਮਦਦ ਕਰਨਾ, ਗੁਆਂਢੀਆਂ ਦੇ ਕਿਸੇ ਸਮਾਗਮ ਜਾਂ ਕੰਮ ਵਿੱਚ ਵੱਧ ਚੜ੍ਹ ਕੇ ਸਾਥ ਦੇਣਾ, ਚਾਹੇ ਤਾਂ ਤੁਸੀਂ ਗੁਆਂਢੀਆਂ ਦਾ ਕੰਮ ਦੇ ਵਿੱਚ ਸਾਥ ਦੇ ਰਹੇ ਹੋ ਬੇਟਾ, ਚਾਹੇ ਗੁਆਂਢੀ ਤੁਹਾਡੇ ਕੰਮ 'ਚ ਸਾਥ ਦੇ ਰਹੇ ਨੇ, ਇਹ ਖੁਸ਼ੀਆਂ ਦੇ ਵਿੱਚ ਵਾਧਾ ਕਰਦੇ ਹਨ। ਜਿਹੜੇ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਕੇਵਲ ਆਪਣੇ ਨਜ਼ਦੀਕੀਆਂ ਦੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੁੰਦੇ, ਸਗੋਂ ਰੌਣਕਾਂ ਨੂੰ ਵਧਾਉਂਦੇ ਵੀ ਹਨ। ਜਿਹੜੇ ਬੰਦੇ ਬੇਟਾ ਪੋਜ਼ੀਟਿਵ ਸੋਚ ਵਾਲੇ ਨੇ ਉਹ ਕਿਸੇ ਦੀ ਖੁਸ਼ੀ ਦੇ ਵਿੱਚ ਜਾ ਕੇ ਇਹ ਨਹੀਂ ਕਿ ਸ਼ਰੀਕ ਹੁੰਦੇ ਨੇ, ਉਹਦੀ ਖੁਸ਼ੀ ਨੂੰ ਵਧਾ ਵੀ ਦਿੰਦੇ ਨੇ ਜਾ ਕੇ। ਪੋਜ਼ੀਟਿਵ ਥਿੰਕਿੰਗ ਵਾਲੇ ਲੋਕ ਹੁੰਦੇ ਨੇ। ਕਈ ਵਾਰ ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖੁਸ਼ੀ ਪੈਦਾ ਕਰਦਾ ਹੈ। ਹੁਣ ਖੁਸ਼ੀ ਪੈਦਾ ਕਰਨ ਦੇ ਹੋਰ ਢੰਗ ਵੀ ਨੇ। ਉਹ ਕਿਹੜੇ ਢੰਗ ਨੇ? ਜਦੋਂ ਨਸ਼ੇ ਕਰਨ ਵਾਲਾ, ਝੂਠ ਬੋਲਣ ਵਾਲਾ, ਰਿਸ਼ਵਤ ਲੈਣ ਵਾਲਾ, ਚੁਗਲਖੋਰ ਆਦਿ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਕੇ ਖੁਸ਼ੀ ਮਨਾਉਂਦਾ ਹੈ ਤਾਂ ਉਸ ਦੀ ਇਹ ਖੁਸ਼ੀ ਅਸਹਿ ਹੁੰਦੀ ਹੈ ਕਿਉਂਕਿ ਉਸਨੇ ਆਪਣੀ ਇਸ ਬੁਰੀ ਆਦਤ ਦਾ ਤਿਆਗ ਕਰ ਦਿੱਤਾ ਹੈ। ਸੋ ਬੇਟਾ ਜਿਹੜੀਆਂ ਬੁਰੀਆਂ ਆਦਤਾਂ ਨੇ ਇਹਨਾਂ ਨੂੰ ਤਿਆਗਣਾ ਵੀ ਖੁਸ਼ੀਆਂ ਨੂੰ ਸੱਦਾ ਦੇਣਾ ਹੈ। ਸੋ ਜਿਵੇਂ ਬੇਟਾ ਨਸ਼ੇ ਕਰਨ ਵਾਲੇ ਨੇ ਜੇ ਨਸ਼ੇ ਛੱਡਦੇ, ਉਹ ਇੱਕ ਚੰਗੇ ਜੀਵਨ ਨੂੰ ਜੀਣ ਲੱਗ ਪਿਆ ਤਾਂ ਉਹ ਵੀ ਇੱਕ ਖੁਸ਼ੀ ਪ੍ਰਾਪਤ ਹੁੰਦੀ ਆ। ਉਹ ਅਜਿਹਾ ਕਰਨ 'ਚ ਜੇ ਕਿਸੇ ਨੂੰ ਝੂਠ ਬੋਲਣ ਦੀ ਆਦਤ ਆ ਬੇਟਾ, ਜੇ ਉਹਨੇ ਝੂਠ ਬੋਲਣ ਦੀ ਆਪਣੀ ਬੁਰੀ ਆਦਤ ਤਿਆਗ ਦਿੱਤੀ ਤਾਂ ਉਹਨੂੰ ਇਹ ਵੀ ਖੁਸ਼ੀ ਦਾ ਇੱਕ ਸਾਧਨ ਬਣਦਾ। ਰਿਸ਼ਵਤ ਲੈਣ ਵਾਲਾ ਬੰਦਾ ਜੇ ਉਹ ਚੰਗਾ ਇਨਸਾਨ ਬਣ ਜਾਂਦਾ, ਅੰਮ੍ਰਿਤ ਛਕ ਲੈਂਦਾ ਜਾਂ ਚੰਗੇ ਨੇਕ ਕਾਰਜ ਕਰਦਾ ਜਾਂ ਕਿਸੇ ਧਾਰਮਿਕ ਪੱਖ ਤੋਂ ਸੁਧਾਰ ਕਰ ਲੈਂਦਾ ਆਪਣੇ ਆਪ 'ਚ, ਤਾਂ ਉਹ ਵੀ ਖੁਸ਼ੀ ਦਾ ਇੱਕ ਸਾਧਨ ਆ। ਜਿਵੇਂ ਕਈ ਬੇਟਾ ਜਿਹੜੇ ਗੈਂਗਸਟਰ ਹੁੰਦੇ ਨੇ ਉਹ ਗੈਂਗਸਟਰ ਦਾ ਰਸਤਾ ਛੱਡ ਕੇ ਸਮਾਜ ਸੇਵਾ ਦੇ ਕੰਮ ਦੇ ਵਿੱਚ ਰੁੱਝ ਜਾਂਦੇ ਨੇ। ਉਹ ਆਪਣੇ ਜੀਵਨ ਦੇ ਵਿੱਚ ਬੁਰੇ ਕਿਸੇ ਕੰਮ ਨੂੰ ਛੱਡ ਕੇ ਚੰਗੇ ਕੰਮ ਨੂੰ ਅਪਣਾ ਲੈਂਦੇ ਨੇ ਬੇਟਾ, ਉਹ ਵੀ ਖੁਸ਼ੀ ਹੋਣ ਦਾ ਇੱਕ ਸਾਧਨ ਆ। ਸੋ ਖੁਸ਼ੀ ਪ੍ਰਾਪਤ ਕਰਨ ਦੇ ਬਹੁਤ ਸਾਰੇ ਸਾਧਨ ਨੇ, ਇਹਨਾਂ ਨੂੰ ਅਪਣਾਉਣਾ ਪੈਂਦਾ ਆਪਣੇ ਜੀਵਨ 'ਚ, ਫਿਰ ਖੁਸ਼ੀਆਂ ਆਉਂਦੀਆਂ ਨੇ। ਇਨਸਾਨ ਨੂੰ ਖੁਸ਼ੀ ਨਾਲ ਮੁਆਫ ਕਰ ਦੇਣਾ, ਖਿਮਾ ਮੰਗਣ ਨਾਲ ਜਾਂ ਆਪਣੇ ਦੋਸ਼ ਕਬੂਲ ਕਰ ਲੈਣ ਨਾਲ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ। ਜੇ ਬੇਟਾ ਕਿਸੇ ਨੂੰ ਮਾफ़ ਕਰ ਦਈਏ, ਕਹਿੰਦੇ ਨੇ ਨਾ ਵੀ ਮਾफ़ੀ ਮੰਗਣਾ ਵੱਡੀ ਗੱਲ ਹੈ, ਪਰ ਮਾफ़ ਕਰਨਾ ਉਸ ਤੋਂ ਵੀ ਵੱਡੀ ਗੱਲ ਹੈ। ਸੋ ਸਾਨੂੰ ਮਾफ़ ਕਰ ਦੇਣਾ ਚਾਹੀਦਾ। ਜੇ ਕਿਤੇ ਗਲਤੀ ਹੋਈ ਹੈ ਤਾਂ ਉਹਦੀ ਮਾफ़ੀ ਮੰਗ ਵੀ ਲੈਣੀ ਚਾਹੀਦੀ ਹੈ। ਤੁਹਾਡੇ ਦੁਆਰਾ ਪਾਪ ਗੁਨਾਹ ਕਰਨ 'ਤੇ ਜਦੋਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਤੁਹਾਡੇ ਮਨ ਉੱਤੇ ਬੋਝ ਹੀ ਰਹੇਗਾ। ਤੁਸੀਂ ਕਦੇ ਵੀ ਮੁਕੰਮਲ ਤੌਰ 'ਤੇ ਖੁਸ਼ੀਆਂ ਨਹੀਂ ਮਾਣ ਸਕੋਗੇ। ਕਿਸੇ ਇਨਸਾਨ ਦੇ ਦੋਸ਼ ਨੂੰ ਖਿਮਾ ਕਰਨ ਨਾਲ ਵੀ ਅਜੀਬ ਖੁਸ਼ੀ ਮਿਲਦੀ ਹੈ। ਜੇ ਮੰਨ ਲਓ ਬੇਟਾ ਤੁਸੀਂ ਕੋਈ ਬੁਰਾ ਕੰਮ ਕਰ ਰਹੇ ਹੋ, ਉਹਦੇ ਨਾਲ ਦੂਸਰੇ ਦਾ ਬੁਰਾ ਹੋ ਰਿਹਾ, ਤਾਂ ਤੁਸੀਂ ਕਦੇ ਵੀ ਸੁੱਖ ਦੀ ਜਿਹੜੀ ਨੀਂਦ ਨਹੀਂ ਸੌਂ ਸਕਦੇ। ਤੁਹਾਨੂੰ ਕਦੇ ਵੀ ਜੀਵਨ ਦੇ ਵਿੱਚ ਚੈਨ ਨਹੀਂ ਆਊਗੀ। ਤੁਸੀਂ ਹਮੇਸ਼ਾ ਸੋਚਦੇ ਰਹੋਗੇ ਮੈਂ ਇੱਦਾਂ ਕਰਿਆ ਤਾਂ ਉਸ ਬੰਦੇ ਦਾ ਜਿਹੜਾ ਜੀਵਨ ਬਰਬਾਦ ਹੋ ਗਿਆ। ਬਹੁਤ ਸਾਰੇ ਲੋਕ ਕਿਸੇ ਦੇ ਭਰਾ ਨੂੰ ਮਾਰ ਦਿੰਦੇ ਨੇ, ਕਿਸੇ ਦੇ ਪਿਤਾ ਨੂੰ ਮਾਰ ਦਿੰਦੇ ਨੇ, ਅਤੇ ਪੂਰੇ ਜੀਵਨ ਉਹ ਬੰਦੇ ਦੁਖੀ ਰਹਿੰਦੇ ਨੇ। ਉਹ ਸੋਚਦੇ ਰਹਿੰਦੇ ਨੇ ਯਾਰ ਮੈਂ ਇਸ ਕੁੜੀ ਦਾ ਭਰਾ ਮਾਰਿਆ ਸੀ, ਇਹ ਕੁੜੀ ਦੇ ਜੀਵਨ 'ਚ ਇਹ ਇੱਦਾਂ ਹੋ ਗਿਆ, ਜਾਂ ਮੈਂ ਕਿਸੇ ਦੇ ਪਿਤਾ ਨੂੰ ਮਾਰਤਾ ਸੀ, ਇਹਦੇ ਬੱਚੇ ਅਨਾਥ ਹੋ ਗਏ। ਸੋ ਉਹ ਇਹੋ ਜਿਹੇ ਪਛਤਾਵੇ ਵੀ ਹੁੰਦੇ ਨੇ ਬੇਟਾ ਜੀਵਨ 'ਚ। ਪਰ ਜੇ ਅਸੀਂ ਦੋਵੇਂ ਹੱਥ ਜੋੜ ਕੇ ਮਾफ़ੀ ਮੰਗ ਲਈਏ ਤਾਂ ਕਹਿੰਦੇ ਨੇ ਤੁਹਾਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਪਛਤਾਵਾ ਜਿਹੜਾ ਹੁੰਦਾ ਉਹ ਤੁਸੀਂ ਕਰਦੇ ਹੋ ਅਤੇ ਖੁਸ਼ੀ ਮਿਲਦੀ ਆ। ਅਤੇ ਜੇਕਰ ਤੁਹਾਨੂੰ ਕੋਈ ਅਗਲਾ ਮਾफ़ ਵੀ ਕਰ ਦਿੰਦਾ ਤਾਂ ਸ਼ਾਇਦ ਤੁਹਾਨੂੰ ਹੋਰ ਜ਼ਿਆਦਾ ਵੱਡੀ ਖੁਸ਼ੀ ਹੁੰਦੀ ਹੈ ਜੇ ਸਾਹਮਣੇ ਵਾਲਾ ਕਹੇ ਵੀ ਚੱਲ ਤੈਨੂੰ ਭਾਈ ਮਾफ़ ਕੀਤਾ।
ਤੁਹਾਡਾ ਜੀਵਨ ਦੇ ਵਿੱਚ ਜੇ ਕੋਈ ਗਲਤੀ ਕਰਦੇ ਹਾਂ ਤਾਂ ਸਾਨੂੰ ਮਾफ़ੀ ਮੰਗ ਲੈਣੀ ਚਾਹੀਦੀ ਆ। ਕਹਿੰਦੇ ਦੋਸ਼ੀ ਨੂੰ ਖਿਮਾ ਕਰਨਾ ਬੜੇ ਹੀ ਪੁੰਨ ਵਾਲਾ ਕੰਮ ਸਮਝਿਆ ਜਾਂਦਾ ਹੈ। ਦੋਸ਼ੀ ਦੇ ਮਨ ਦਾ ਭਾਰ ਹਲਕਾ ਹੋ ਜਾਂਦਾ ਹੈ ਅਤੇ ਖਿਮਾ ਕਰਨ ਵਾਲੇ ਨੂੰ ਚੋਖੀ ਖੁਸ਼ੀ ਪ੍ਰਾਪਤ ਹੁੰਦੀ ਹੈ। ਜਿਹਨੂੰ ਮਾफ़ ਕੀਤਾ ਬੇਟਾ ਉਹ ਵੀ ਖੁਸ਼ ਹੁੰਦਾ ਅਤੇ ਜਿਹਨੇ ਕੀਤਾ ਉਹ ਵੀ ਖੁਸ਼ ਹੋ ਜਾਂਦਾ। ਦੁਸ਼ਮਣ ਦੀ ਦੁਸ਼ਮਣੀ ਨੂੰ ਭੁਲਾ ਕੇ ਉਸ ਨੂੰ ਮਾफ़ ਕਰਨ ਨਾਲ ਤੁਸੀਂ ਉਸ ਦੇ ਸਤਿਕਾਰ ਦੇ ਪਾਤਰ ਬਣ ਜਾਓਗੇ। ਜੇ ਮੰਨ ਲਓ ਤੁਹਾਡੀ ਕਿਸੇ ਨਾਲ ਦੁਸ਼ਮਣੀ ਆ, ਕਿਸੇ ਨੇ ਤੁਹਾਡਾ ਬੁਰਾ ਕਰਤਾ, ਜੇ ਤੁਸੀਂ ਉਹਨੂੰ ਕਹੋ ਸੱਦਾ ਦੇ ਕੇ ਕਿ ਲੈ ਭਾਈ ਅੱਜ ਤੋਂ ਆਪਣੀ ਦੁਸ਼ਮਣੀ ਖਤਮ, ਤੂੰ ਆਪਣਾ ਜੀਵਨ ਜੀ ਅਸੀਂ ਆਪਣਾ, ਉਹ ਕਹਿੰਦੇ ਇਹ ਵੀ ਬਹੁਤ ਵੱਡਾ ਢੰਗ ਹੁੰਦਾ ਖੁਸ਼ ਰਹਿਣ ਦਾ। ਨਹੀਂ ਕਈ ਬੰਦੇ ਬੇਟਾ ਪੂਰਾ ਜੀਵਨ ਇੱਕ ਦੂਜੇ ਨਾਲ ਦੁਸ਼ਮਣੀ ਨਿਭਾਉਂਦੇ ਰਹਿੰਦੇ ਨੇ ਕਿ ਸਾਡੇ ਦਾਦੇ ਪੜਦਾਦਿਆਂ ਦੀ ਭਾਈ ਦੁਸ਼ਮਣੀ ਚੱਲਦੀ ਆ ਰਹੀ, ਅਸੀਂ ਕਦੇ ਵੀ ਇੱਕ ਦੂਜੇ ਦੇ ਦੋਸਤ ਨਹੀਂ ਬਣੇ। ਸੋ ਇਨਸਾਨ ਬੇਟਾ ਜੀਵਨ 'ਚ ਕਦੇ ਖੁਸ਼ ਹੋ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਆਪਣੇ ਜੀਵਨ 'ਚ ਮੈਂ ਰੱਖੀ ਹੋਈ ਹੈ ਕਿ ਅਸੀਂ ਤਕੜੇ ਹਾਂ, ਅਸੀਂ ਵੱਡੇ ਹਾਂ, ਅਸੀਂ ਐਂ ਕਰਨਾ, ਜਾਂ ਮੈਂ ਐਂ ਕੀਤਾ, ਮੇਰੇ ਬਾਪੂ ਨੇ ਐਵੇਂ ਕੀਤਾ, ਮੈਂ ਵੀ ਐਵੇਂ ਕਰੂੰਗਾ, ਮੇਰੀ ਔਲਾਦ ਵੀ ਇੱਦਾਂ ਐਂ ਕਰੂ। ਉਹ ਮੈਂ ਬੇਟਾ ਚੱਲਦੀ ਰਹਿੰਦੀ ਆ। ਸੋ ਅਸੀਂ ਫਿਰ ਆਪ ਤਾਂ ਦੁਖੀ ਹੁੰਦੇ ਹਾਂ ਅਤੇ ਆਪਣੇ ਨਾਲ ਸੰਬੰਧਿਤ ਦੂਸਰੇ ਲੋਕਾਂ ਨੂੰ ਵੀ ਦੁਖੀ ਕਰਦੇ ਹਾਂ। ਜੇਕਰ ਉਹ ਮਾफ़ੀ ਵੀ ਮੰਗੇ ਤਾਂ ਉਸ ਨੂੰ ਜ਼ਰੂਰ ਮਾफ़ ਕਰ ਦੇਣਾ ਚਾਹੀਦਾ। ਜੇ ਤੁਹਾਡੇ ਤੋਂ ਕਿਸੇ ਬੰਦੇ ਨੇ ਗਲਤੀ ਹੋ ਗਈ, ਉਹ ਮਾफ़ੀ ਮੰਗ ਰਿਹਾ ਅਤੇ ਕਹਿੰਦੇ ਉਹਨੂੰ ਮਾफ़ ਜ਼ਰੂਰ ਕਰਨਾ ਚਾਹੀਦਾ। ਇਹ ਨਾ ਹੋਵੇ ਕਿ ਕੋਈ ਹੱਥ ਬੰਨ੍ਹੀ ਖੜ੍ਹਾ ਅਤੇ ਅਸੀਂ ਮਾफ़ ਹੀ ਨਾ ਕਰੀਏ। ਜੇਕਰ ਉਹ ਮਾफ़ੀ ਵੀ ਮੰਗੇ ਤਾਂ ਉਸ ਨੂੰ ਜ਼ਰੂਰ ਮਾफ़ ਕਰ ਦੇਣਾ ਚਾਹੀਦਾ ਹੈ। ਆਪਣੀਆਂ ਨਿੱਕੀਆਂ ਨਿੱਕੀਆਂ ਜਿੱਦਾਂ ਨੂੰ ਅਸੂਲਾਂ ਦਾ ਨਾਂ ਦੇ ਕੇ ਆਪਣੇ ਰਸਤੇ ਵਿੱਚ ਰੁਕਾਵਟਾਂ ਪੈਦਾ ਨਹੀਂ ਕਰਨੀਆਂ ਚਾਹੀਦੀਆਂ। ਕਈ ਬੰਦਾ ਕਹਿੰਦਾ ਇਹ ਤਾਂ ਮੇਰਾ ਅਸੂਲ ਆ, ਮੈਂ ਤਾਂ ਕਦੇ ਕਿਸੇ ਨੂੰ ਸਤਿ ਸ਼੍ਰੀ ਅਕਾਲ ਹੀ ਨਹੀਂ ਬੁਲਾਈ, ਇਹ ਤਾਂ ਸਾਡਾ ਅਸੂਲ ਆ, ਅਸੀਂ ਤਾਂ ਮਾੜੇ ਧੀੜੇ ਬੰਦੇ ਨੂੰ ਫੜ ਕੇ ਐਵੇਂ ਕੁੱਟ ਦਿੰਦੇ ਹਾਂ, ਇਹ ਤਾਂ ਸਾਡਾ ਅਸੂਲ ਆ, ਅਸੀਂ ਕਿਸੇ ਨੂੰ ਸਿੱਧੇ ਮੂੰਹ ਬੋਲਦੇ ਹੀ ਨਹੀਂ। ਸੋ ਬੇਟਾ ਇਹ ਕਿਹੋ ਜਿਹੇ ਅਸੂਲ ਨੇ। ਸੋ ਜੇ ਤੁਸੀਂ ਐਸੇ ਅਸੂਲਾਂ ਨੂੰ ਜੀਵਨ 'ਚ ਬਣਾ ਕੇ ਰੱਖੋਗੇ ਤਾਂ ਕਦੇ ਖੁਸ਼ ਨਹੀਂ ਹੋ ਸਕਦੇ। ਕਹਿੰਦੇ ਜਿਹੜੇ ਤੁਸੀਂ ਆਪਣੇ ਮਨ ਘੜਤ ਅਸੂਲ ਬਣਾਏ ਹੋਏ ਨੇ ਉਹਨਾਂ ਨੂੰ ਵੀ ਸਾਨੂੰ ਬਦਲ ਦੇਣਾ ਚਾਹੀਦਾ। ਜੇ ਅਸੀਂ ਉਹਨਾਂ 'ਚ ਚੇਂਜ ਲੈ ਕੇ ਆ ਰਹੇ ਹਾਂ ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਨੂੰ ਸੱਦਾ ਦੇ ਸਕਦੇ ਹਾਂ। ਆਪਣੇ ਨਾਲ ਸੰਬੰਧਿਤ ਹਰ ਚੀਜ਼ ਰੁਕਾਵਟ ਦਾ ਪ੍ਰਤੀਕ ਹੈ। ਜਿਹੜੀ ਵੀ ਬੰਦਾ ਚਾਹੁੰਦਾ ਕਿ ਮੈਂ, ਮੇਰਾ, ਮੈਨੂੰ, ਮੇਰੇ ਲਈ, ਉਹ ਕਹਿੰਦੇ ਤੁਹਾਡੀ ਖੁਸ਼ੀਆਂ ਦੇ ਰਾਹ ਦੇ ਵਿੱਚ ਰੁਕਾਵਟ ਆ। ਪਹਿਲਾਂ ਮੈਂ, ਮੇਰਾ, ਮੈਨੂੰ ਇਹ ਚੀਜ਼ ਨੂੰ ਦੂਰ ਕਰੋ, ਫਿਰ ਖੁਸ਼ੀਆਂ ਤੁਹਾਡੇ ਜੀਵਨ 'ਚ ਆਉਣਗੀਆਂ। ਅਜਿਹੀ ਮੈਂ ਰੂਪੀ ਰੁਕਾਵਟ ਖੁਸ਼ੀਆਂ ਦੇ ਵਿੱਚ ਬਹੁਤ ਵੱਡਾ ਵਿਰੋਧ ਖੜ੍ਹਾ ਕਰਦੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਉਮੈ ਨੂੰ ਤਿਆਗ ਕੇ ਰੂਹਾਨੀ ਖੁਸ਼ੀਆਂ ਦਾ ਖਜ਼ਾਨਾ ਪ੍ਰਾਪਤ ਕੀਤਾ ਜਾਵੇ। ਸਹਿਯੋਗ ਅਤੇ ਤਿਆਗ ਮੁਕਾਬਲਾ ਕਰਨ ਨਾਲੋਂ ਹਜ਼ਾਰਾਂ ਦਰਜੇ ਉੱਚਾ ਸੰਕਲਪ ਹੈ। ਛੋਟੇ ਛੋਟੇ ਤਿਆਗ, ਨਿੱਕੀਆਂ ਨਿੱਕੀਆਂ ਮੁਆਫੀਆਂ, ਨਜ਼ਰ ਅੰਦਾਜ਼ਗੀਆਂ ਇਨਸਾਨ ਨੂੰ ਬਹੁਤ ਵੱਡੀ ਖੁਸ਼ੀ ਪ੍ਰਦਾਨ ਕਰ ਸਕਦੀਆਂ ਹਨ। ਦੇਖ ਕੇ ਅਣਡਿੱਠ ਕਰਨ ਦੀ ਆਦਤ, ਨਿਮਰਤਾ ਧਾਰਨ ਕਰਨਾ ਖੁਸ਼ੀਆਂ ਨੂੰ ਸੱਦਾ ਪੱਤਰ ਦੇਣ ਦੇ ਢੰਗ ਹਨ। ਸੋ ਬੇਟਾ ਜਿਵੇਂ ਅਸੀਂ ਕਹਿੰਦੇ ਨਿੱਕੀਆਂ ਨਿੱਕੀਆਂ ਮੁਆਫੀਆਂ, ਛੋਟੇ ਛੋਟੇ ਤਿਆਗ ਜਿਨ੍ਹਾਂ ਕਰਕੇ ਅਸੀਂ ਆਪਣੀ ਮੈਂ ਨੂੰ ਦੂਰ ਨਹੀਂ ਕਰ ਰਹੇ, ਆਪਣੀਆਂ ਨਜ਼ਰ ਅੰਦਾਜ਼ਗੀਆਂ, ਜੇ ਕਿਸੇ ਨੇ ਗਾਲ ਵੀ ਕੱਢਤੀ ਕਿਹਾ ਚੱਲ ਛੱਡ ਯਾਰ ਕੋਈ ਗੱਲ ਨਹੀਂ, ਰੱਬ ਇਹਦਾ ਭਲਾ ਕਰੇ। ਜੇ ਕਿਸੇ ਨੇ ਤੁਹਾਡਾ ਛੋਟਾ ਮੋਟਾ ਬੁਰਾ ਵੀ ਕਰਤਾ, ਕਿਹਾ ਚੱਲ ਕੋਈ ਨਹੀਂ ਪ੍ਰਮਾਤਮਾ ਦੇਖਦਾ ਯਾਰ, ਕੀ ਇਹਦੇ ਨਾਲ ਲੜਨਾ। ਸੋ ਜੇ ਕਹਿੰਦੇ ਤੁਸੀਂ ਇੱਦਾਂ ਦੀ ਨੇਚਰ ਰੱਖਦੇ ਹੋ ਤਾਂ ਇਹ ਤੁਹਾਨੂੰ ਬਹੁਤ ਵੱਡੀ ਖੁਸ਼ੀ ਪ੍ਰਦਾਨ ਕਰਦਾ। ਦੇਖ ਕੇ ਅਣਡਿੱਠ ਕਰਨਾ, ਕਿਸੇ ਨੇ ਤੁਹਾਨੂੰ ਲੱਗਿਆ ਕਿ ਸਾਡੀ ਫਸਲ ਨੂੰ ਕੋਈ ਨੁਕਸਾਨ ਪਹੁੰਚਾ ਰਿਹਾ, ਕੋਈ 4 ਛੱਲੀਆਂ ਤੋੜ ਕੇ ਲੈ ਗਿਆ, ਕੋਈ 2 ਤੁਹਾਡੇ ਕੱਦੂ ਪੇਠਾ ਤੋੜ ਕੇ ਲੈ ਗਿਆ, ਜਾਂ ਤੁਹਾਡੀਆਂ 4 ਤੋਰੀਆਂ ਤੋੜ ਲਈਆਂ, ਤੁਹਾਡੇ 4 ਅਮਰੂਦ ਤੋੜ ਕੇ ਖਾ ਲਏ, 2 ਅਨਾਰ ਤੋੜ ਕੇ ਲੈ ਗਿਆ। ਦੇਖ ਲਿਆ ਆਪਾਂ ਨੇ ਵੀ ਉਹ ਲੈ ਗਿਆ, ਚੱਲ ਕੋਈ ਨਹੀਂ ਯਾਰ ਉਹਦੇ ਬੱਚੇ ਖਾ ਲੈਣਗੇ ਘਰੇ, ਉਹਦਾ ਢਿੱਡ ਭਰੂਗਾ, ਵਿਚਾਰਾ ਆਪਦਾ ਭੁੱਖਾ ਹੋਊ। ਜੇ ਅਸੀਂ ਉੱਥੇ ਖੜ੍ਹ ਕੇ ਉਹਨੂੰ ਗਾਲਾਂ ਕੱਢਣ ਲੱਗ ਜਾਈਏ, ਅਨਾਪ ਸ਼ਨਾਪ ਬਕਣ ਲੱਗ ਜਾਈਏ, ਅਤੇ ਬੇਟਾ ਫਿਰ ਨਾਲੇ ਤਾਂ ਉਹ ਦੁਖੀ ਨਾਲੇ ਆਪਾਂ ਦੁਖੀ। ਬਟ ਇਹ ਵੀ ਹੈ ਕਿ ਜਿਹੜਾ ਬੰਦਾ ਕੋਈ ਚੋਰੀਓਂ ਤੋੜ ਰਿਹਾ ਉਹ ਮਾੜੀ ਗੱਲ ਵੀ ਆ, ਉਹਨੂੰ ਟੋਕ ਵੀ ਦੇਣਾ ਚਾਹੀਦਾ ਕਿ ਚੱਲ ਭਾਈ ਕੋਈ ਗੱਲ ਨਹੀਂ ਤੂੰ ਲੈ ਜਾ, ਤੇਰੇ ਬੱਚੇ ਖਾ ਲੈਣਗੇ, ਪਰ ਐਂ ਚੋਰੀਓਂ ਨਹੀਂ ਤੋੜੀਦਾ ਹੁੰਦਾ, ਮੰਗ ਕੇ ਲੈ ਲਓ ਕੋਈ ਗੱਲ ਨਹੀਂ ਮੈਂ ਤੈਨੂੰ ਦੇ ਦਿੰਦਾ, ਇੱਦਾਂ ਤੁਸੀਂ ਕਹਿ ਸਕਦੇ ਹੋ, ਪਰ ਲੜਨਾ ਨਹੀਂ ਉਹਦੇ ਨਾਲ। ਸੋ ਬੇਟਾ ਜਿਹੜੀਆਂ ਨਜ਼ਰਅੰਦਾਜ਼ੀਆਂ ਨੇ, ਨਿਮਰਤਾ ਧਾਰਨ ਕਰਨਾ, ਪਿਆਰ, ਨਿਮਰਤਾ, ਸਾਦਗੀ ਰੱਖਣੀ, ਸੋ ਇਹ ਸਾਰੇ ਖੁਸ਼ੀਆਂ ਨੂੰ ਸੱਦਾ ਦੇਣ ਦੇ ਕਹਿੰਦੇ ਸੱਦਾ ਪੱਤਰ ਨੇ। ਜੇ ਅਸੀਂ ਜੀਵਨ ਦੀ ਫਿਲਾਸਫੀ ਇਸ ਤਰ੍ਹਾਂ ਦੀ ਬਣਾਉਣੇ ਆ, ਆਪਣਾ ਲਾਈਫ ਸਟਾਈਲ ਇੱਦਾਂ ਦਾ ਕਰਦੇ ਹਾਂ, ਅਤੇ ਕਹਿੰਦੇ ਜੀਵਨ 'ਚ ਖੁਸ਼ੀਆਂ ਹਮੇਸ਼ਾ ਆਉਣਗੀਆਂ ਹੀ ਆਉਣਗੀਆਂ। ਖੁਸ਼ੀ ਮਨ ਦੀ ਇੱਕ ਅਵਸਥਾ ਦਾ ਨਾਂ ਹੈ। ਖੁਸ਼ੀ ਬੇਟਾ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਇਹ ਮਨ ਦੀ ਇੱਕ ਅਵਸਥਾ ਹੈ। ਜਿਵੇਂ ਆਪਾਂ ਗੱਲ ਕਰੀ ਸੀ ਕਿ ਪੈਦਲ ਜਾਣ ਵਾਲੇ ਨੂੰ ਜੇ ਸਾਈਕਲ ਮਿਲ ਗਿਆ ਉਹਦਾ ਮਨ ਖੁਸ਼ ਹੋ ਜੂ। ਕਈ ਬੰਦਿਆਂ ਨੂੰ ਝੀਲ, ਨਦੀਆਂ, ਦਰਿਆ ਅਤੇ ਪੰਛੀਆਂ ਨੂੰ ਚੋਗਾ ਪਾਉਣ ਨਾਲ ਖੁਸ਼ੀ ਮਿਲਦੀ ਆ। ਕਈ ਬੰਦੂਕ ਚੱਕੀ ਬੈਠੇ ਹੁੰਦੇ ਨੇ, ਮੈਂ ਚਿੜੀਆਂ, ਘੁੱਗੀਆਂ, ਕਾਵਾਂ ਨੂੰ ਗੋਲੀ ਮਾਰਨੀ ਹੈ।
ਉਹ ਕਹਿੰਦੇ ਮੈਨੂੰ ਸ਼ਿਕਾਰ ਖੇਲ ਕੇ ਖੁਸ਼ੀ ਮਿਲਦੀ ਹੈ, ਮੈਂ ਇੰਨੇ ਪੰਛੀ ਮਾਰਤੇ। ਸੋ ਬੇਟਾ ਇਹ ਮਨ ਦੀ ਅਵਸਥਾ ਹੈ ਕਿ ਤੁਸੀਂ ਚੋਗਾ ਪਾ ਕੇ ਪੰਛੀਆਂ ਨੂੰ, ਉਹਨਾਂ ਨੂੰ ਪਾਣੀ ਪਿਆ ਕੇ ਖੁਸ਼ ਹੋ, ਉਹਨਾਂ ਨੂੰ ਮਾਰ ਕੇ। ਹੁਣ ਇਹ ਤੁਹਾਡੇ ਮਨ ਦੀ ਅਵਸਥਾ ਦੱਸਦੀ ਹੈ। ਸੋ ਜਿਹੋ ਜਿਹੀ ਤੁਹਾਡੀ ਬੇਟਾ ਮਨ ਦੀ ਅਵਸਥਾ, ਉਹੋ ਜਿਹਾ ਤੁਹਾਡਾ ਜੀਵਨ ਸਟਾਈਲ ਹੋਊਗਾ, ਫਿਲੋਸਫੀ ਹੋਊ ਤੁਹਾਡੇ ਜੀਵਨ ਦੀ। ਖੁਸ਼ ਰਹਿਣ ਲਈ ਖੁਸ਼ੀਆਂ ਦੇ ਜਿਹੜਾ ਬੇਟਾ ਉੱਪਰ ਸਾਧਨ ਨੇ, ਇਹਨਾਂ ਨੂੰ ਅਪਣਾਉਣਾ ਪਏਗਾ। ਜੇਕਰ ਅਸੀਂ ਇਸ ਤਰ੍ਹਾਂ ਦਾ ਜੀਵਨ ਜੀਣ ਦੀ ਸਮਰੱਥਾ ਸਾਡੇ ਵਿੱਚ ਹੈ, ਜਾਂ ਜੀਵਨ ਜੀਣ ਦੀ ਸਾਡੀ ਸ਼ੈਲੀ ਇਸ ਤਰ੍ਹਾਂ ਦੀ ਹੈ, ਤਾਂ ਅਸੀਂ ਜੀਵਨ ਦੇ ਵਿੱਚ ਹਮੇਸ਼ਾ ਖੁਸ਼ੀਆਂ ਪ੍ਰਾਪਤ ਕਰਾਂਗੇ। ਕਿਸੇ ਚੀਜ਼ ਦਾ ਨਾਂ ਖੁਸ਼ੀ ਨਹੀਂ ਹੈ। ਅਜਿਹੀ ਅਵਸਥਾ ਵਿਕਸਿਤ ਅਤੇ ਪੈਦਾ ਕੀਤੀ ਜਾਂਦੀ ਹੈ। ਖੁਸ਼ੀਆਂ ਕਹਿੰਦੇ ਕਿਸੇ ਚੀਜ਼ ਜਾਂ ਸ਼ੈ ਦਾ ਨਾਮ ਨਹੀਂ, ਇਹਨਾਂ ਨੂੰ ਉਗਾਇਆ ਜਾ ਸਕਦਾ। ਇਹਦੇ ਬੀਜ ਕਿਹੜੇ ਨੇ, ਜਿਹੜੇ ਆਪਾਂ ਪੂਰੇ ਚੈਪਟਰ 'ਚ ਪੜ੍ਹੇ ਨੇ ਵੀ ਇਹ ਗੱਲਾਂ ਜੇ ਤੁਸੀਂ ਕਰੋ, ਇਹੋ ਜਿਹੇ ਬੀਜ ਤੁਸੀਂ ਆਪਣੇ ਜੀਵਨ 'ਚ ਬੀਜੋ, ਤਾਂ ਉਹਨਾਂ ਦੇ ਉੱਪਰ ਜਿਹੜੀ ਫਸਲ ਪੱਕ ਕੇ ਤਿਆਰ ਹੋਊਗੀ, ਉਹਦਾ ਨਾਮ ਹੋਊਗਾ ਖੁਸ਼ੀਆਂ। ਖੁਸ਼ੀਆਂ ਆਪੇ ਨਹੀਂ ਆਉਂਦੀਆਂ, ਇਹ ਬੀਜਣੀਆਂ ਪੈਂਦੀਆਂ ਨੇ, ਖਿੱਚ ਕੇ ਲੈ ਕੇ ਆਉਣੀਆਂ ਪੈਂਦੀਆਂ ਨੇ। ਇਹਨਾਂ ਲਈ ਆਪਣੇ ਜੀਵਨ ਦੇ ਵਿੱਚੋਂ ਮੈਂ ਨੂੰ ਮਾਰਨਾ ਪੈਂਦਾ, ਆਪਣਾ ਹੰਕਾਰ ਤਿਆਗਣਾ ਪੈਂਦਾ, ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਪੈਂਦਾ, ਆਪਣੇ ਗਿਆਨ ਦੇ ਵਿੱਚ ਵਾਧਾ ਕਰਨਾ ਪੈਂਦਾ। ਨਿਮਰਤਾ, ਦਿਆਲਤਾ, ਇਹ ਸਾਰੀ ਜੀਵਨ ਦੇ ਵਿੱਚ ਅਪਣਾਉਣੀ ਪੈਂਦੀ ਆ, ਫਿਰ ਜੀਵਨ 'ਚ ਕਿਤੇ ਖੁਸ਼ੀਆਂ ਆਉਂਦੀਆਂ ਨੇ। ਇਸ ਕਰਕੇ ਬੇਟਾ ਇਹ ਮਨੁੱਖ ਨੂੰ ਜਨਮ ਤੋਂ ਪ੍ਰਾਪਤ ਨਹੀਂ ਹੁੰਦੀਆਂ ਖੁਸ਼ੀਆਂ, ਇਹਨਾਂ ਨੂੰ ਪੈਦਾ ਕਰਨਾ ਪੈਂਦਾ ਜੀਵਨ ਨੂੰ ਖੁਸ਼ ਰੱਖਣ ਦੇ ਲਈ। ਸੋ ਬੇਟਾ ਇਹ ਸੀ ਤੁਹਾਡਾ ਲੇਖ, ਖੁਸ਼ੀਆਂ ਆਪੇ ਨਹੀਂ ਆਉਂਦੀਆਂ। ਇਹਦੇ ਨਾਲ ਸੰਬੰਧਿਤ ਬਹੁਤ ਸਾਰੇ ਪ੍ਰਸ਼ਨ ਨੇ, ਆਓ ਉਹਨਾਂ ਨੂੰ ਕਰਦੇ ਹਾਂ। ਪ੍ਰਸ਼ਨ ਨੰਬਰ 1, ਪਤੀ ਪਤਨੀ ਘਰ ਦਾ ਮਾਹੌਲ ਕਿਵੇਂ ਠੀਕ ਕਰ ਸਕਦੇ ਹਨ? ਉੱਤਰ ਹੈ, ਘਰ ਦੇ ਮਾਹੌਲ ਨੂੰ ਠੀਕ ਠਾਕ ਰੱਖਣ ਵਿੱਚ ਪਤੀ ਪਤਨੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਪਤੀ ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਮਨ ਮੁਟਾਵ ਹੋ ਵੀ ਜਾਂਦਾ ਹੈ, ਤਾਂ ਉਸ ਮਸਲੇ ਨੂੰ ਬੜੇ ਹੀ ਆਰਾਮ ਅਤੇ ਸਹਿਜ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਮਾਹੌਲ ਖੁਸ਼ਗਵਾਰ ਬਣ ਸਕਦਾ ਹੈ। ਘਰ ਦਾ ਮਾਹੌਲ ਵਿਗੜੇ ਬਿਨਾਂ ਅਤੇ ਕਿਸੇ ਨੂੰ ਪਰੇਸ਼ਾਨ ਕੀਤਿਆਂ ਬਿਨਾਂ ਹਾਸੇ ਖੇੜੇ ਮੁੜ ਸੁਰਜੀਤ ਹੋ ਜਾਣਗੇ। ਖੁਸ਼ੀਆਂ ਕਹਿੰਦੇ ਤੁਹਾਡੇ ਘਰ ਵਿੱਚ ਆ ਸਕਣਗੀਆਂ ਜੇ ਪਤੀ ਪਤਨੀ ਆਪਣੇ ਘਰ ਦੇ ਝਗੜੇ ਨੂੰ ਇਸ ਤਰ੍ਹਾਂ ਸ਼ਾਂਤਮਈ ਢੰਗ ਨਾਲ ਬੈਠ ਕੇ ਨਜਿੱਠ ਲੈਂਦੇ ਨੇ ਜਾਂ ਨਿਮੇੜ ਲੈਂਦੇ ਨੇ। ਪ੍ਰਸ਼ਨ ਨੰਬਰ 2, ਸਾਡੇ ਵੱਡੇ ਵਡੇਰਿਆਂ ਨੇ ਖੁਸ਼ੀਆਂ ਨੂੰ ਸੱਦਾ ਦੇਣ ਲਈ ਕਿਹੜੇ ਢੰਗ ਕੱਢੇ ਹੋਏ ਹਨ? ਉੱਪਰ ਬੇਟਾ ਅਸੀਂ ਪੜ੍ਹਿਆ, ਆਓ ਪੜ੍ਹਦੇ ਹਾਂ ਉੱਤਰ। ਸਾਡੇ ਵੱਡੇ ਵਡੇਰਿਆਂ ਨੇ ਖੁਸ਼ੀਆਂ ਨੂੰ ਸੱਦਾ ਦੇਣ ਲਈ ਬਹੁਤ ਸਾਰੇ ਢੰਗ ਕੱਢੇ ਹੋਏ ਹਨ। ਰਸਮਾਂ, ਰੀਤਾਂ, ਰਿਵਾਜ਼ਾਂ, ਮੇਲਿਆਂ, ਸਮਾਗਮਾਂ, ਧਾਰਮਿਕ ਅਤੇ ਸਮਾਜਿਕ ਤਿਉਹਾਰਾਂ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਦਿਵਸ ਹਨ ਜੋ ਖੁਸ਼ੀਆਂ ਨੂੰ ਸੱਦਾ ਦੇਣ ਲਈ ਵਡੇਰਿਆਂ ਵੱਲੋਂ ਸਿਰਜੇ ਗਏ ਹਨ। ਇਹਦਾ ਬੇਟਾ ਵਡੇਰਿਆਂ ਵਾਲੇ ਸੀ, ਜਿਸ ਲਈ ਕਿ ਵੀ ਆਧੁਨਿਕ ਸਮੇਂ ਦੇ ਖੁਸ਼ੀ ਪ੍ਰਾਪਤ ਕਰਨ ਦੇ ਸਾਧਨ ਕਿਹੜੇ ਨੇ? ਫਿਰ ਬੇਟਾ ਉੱਥੇ ਗਣਤੰਤਰ ਦਿਵਸ ਹੈ ਨਾ, ਉਹ ਅਸੀਂ ਦੱਸਿਆ, ਮਦਰ ਦਿਵਸ, ਫਾਦਰ ਦਿਵਸ, ਉੱਥੇ ਲਿਖਾਂਗੇ ਉਹ। ਇੱਥੇ ਸਿਰਫ ਵਡੇਰਿਆਂ ਵਾਲੇ ਪੁੱਛੇ ਸੀ ਤਾਂ ਇਹਦਾ ਉੱਤਰ ਇਸ ਤਰ੍ਹਾਂ ਦਿੱਤਾ ਗਿਆ। ਪ੍ਰਸ਼ਨ ਨੰਬਰ 3, ਆਧੁਨਿਕ ਸਮੇਂ ਵਿੱਚ ਖੁਸ਼ੀਆਂ ਮਨਾਉਣ ਲਈ ਕਿਹੜੇ ਮੌਕੇ ਅਤੇ ਦਿਵਸ ਪ੍ਰਚਲਿਤ ਹਨ? ਆ ਗਿਆ ਹੁਣ ਅੱਜ ਦੇ ਸਮੇਂ ਦੇ ਵਿੱਚ। ਉੱਤਰ ਹੈ, ਆਧੁਨਿਕ ਸਮੇਂ ਵਿੱਚ ਖੁਸ਼ੀਆਂ ਮਨਾਉਣ ਲਈ ਬਹੁਤ ਸਾਰੇ ਮੌਕੇ ਦਿਵਸ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਨਵੇਂ ਕੱਪੜੇ ਸਵਾਉਣਾ, ਗਹਿਣੇ ਖਰੀਦਣੇ, ਮਠਿਆਈਆਂ ਖਾਣੀਆਂ ਅਤੇ ਵੰਡਣੀਆਂ, ਗਰੀਬ ਗੁਰਬੇ ਨੂੰ ਦਾਨ ਕਰਨਾ, ਧੀਆਂ ਧਿਆਣੀਆਂ ਦੀ ਪੂਜਾ ਕਰਨੀ, ਮੰਦਰਾਂ, ਸਕੂਲਾਂ, ਧਰਮਸ਼ਾਲਾਵਾਂ ਨੂੰ ਦਾਨ ਦੇਣਾ, ਨਲਕੇ ਅਤੇ ਖੂਹ ਆਦਿ ਲਗਵਾਉਣੇ ਸਾਰੇ ਹੀ ਖੁਸ਼ੀ ਦੇ ਸਾਧਨ ਹਨ। ਜਨਮ ਦਿਹਾੜੇ, ਵਿਆਹ ਦੀ ਸਾਲਗਿਰਾ, ਗੁਰਪੁਰਬ, ਦੁਸਹਿਰਾ, ਦੀਵਾਲੀ ਆਦਿ ਸਾਰੇ ਹੀ ਖੁਸ਼ੀ ਪ੍ਰਾਪਤੀ ਦੇ ਵਸੀਲੇ ਹਨ। ਆਜ਼ਾਦੀ ਦਿਵਸ, ਗਣਤੰਤਰ ਦਿਵਸ, ਬਾਲ ਦਿਵਸ, ਅਧਿਆਪਕ ਦਿਵਸ, ਮਜ਼ਦੂਰ ਦਿਵਸ, ਧਰਤੀ ਦਿਵਸ, ਮਾਂ ਦਿਵਸ, ਪਿਤਾ ਦਿਵਸ ਆਦਿ ਖੁਸ਼ੀਆਂ ਦੇ ਦਿਵਸ ਵੀ ਪ੍ਰਚਲਿਤ ਹਨ ਜੋ ਖੁਸ਼ੀ ਪ੍ਰਦਾਨ ਕਰਦੇ ਹਨ। ਸੋ ਇਹ ਜਿਹੜਾ ਬੇਟਾ ਇਹ ਪੈਰਾ ਇਹ ਆਧੁਨਿਕ ਸਮੇਂ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਦੇ ਸਾਧਨਾਂ ਦੇ ਤਹਿਤ ਆਉਂਦਾ ਹੈ। ਪ੍ਰਸ਼ਨ ਨੰਬਰ 4, ਲੇਖਕ ਅਨੁਸਾਰ ਦੁਸ਼ਮਣ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਕੇ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ? ਉੱਤਰ ਹੈ, ਲੇਖਕ ਅਨੁਸਾਰ ਦੁਸ਼ਮਣ ਨਾਲ ਦੁਸ਼ਮਣੀ, ਨਫ਼ਰਤਾ ਭੁਲਾ ਕੇ ਉਸ ਨੂੰ ਮਾਫ਼ ਕਰ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ।
ਦੋਸ਼ੀ ਨੂੰ ਖਿਮਾ ਕਰਨਾ ਬੜੇ ਪੁੰਨ ਦਾ ਕੰਮ ਹੁੰਦਾ ਹੈ। ਉਸ ਦੇ ਮਨ ਦਾ ਭਾਰ ਹੌਲਾ ਹੋ ਜਾਂਦਾ ਹੈ ਅਤੇ ਖਿਮਾ ਕਰਨ ਵਾਲੇ ਨੂੰ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ। ਸੋ ਇਸ ਢੰਗ ਨਾਲ ਬੇਟਾ ਅਸੀਂ ਮਾफ़ ਕਰ ਦੇਣਾ ਜਿਹੜੀ ਵੱਡੀ ਤਾਕਤ ਹੁੰਦੀ ਹੈ। ਜਿਵੇਂ ਕਹਿ ਕੇ ਮਾफ़ੀ ਮੰਗਣਾ ਵੱਡੀ ਗੱਲ ਹੈ ਅਤੇ ਮਾफ़ ਕਰ ਦੇਣਾ ਉਸ ਤੋਂ ਵੀ ਵੱਡੀ ਗੱਲ ਹੈ। ਪ੍ਰਸ਼ਨ ਨੰਬਰ 5, ਖੁਸ਼ੀ ਪ੍ਰਾਪਤ ਕਰਨ ਦਾ ਅਨਮੋਲ ਢੰਗ ਕਿਹੜਾ ਹੈ? ਉੱਤਰ ਹੈ, ਜਦੋਂ ਕੋਈ ਕਿਸੇ ਬੁਰੀ ਆਦਤ ਨੂੰ ਤਿਆਗ ਦਿੰਦਾ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ। ਜਦੋਂ ਕੋਈ ਨਸ਼ੇ ਕਰਨ ਦੀ ਆਦਤ, ਝੂਠ ਬੋਲਣ ਦੀ ਆਦਤ, ਰਿਸ਼ਵਤ ਲੈਣ ਦੀ ਆਦਤ, ਗਾਲਾਂ ਕੱਢਣ ਦੀ ਆਦਤ, ਚੁਗਲੀ ਕਰਨ ਦੀ ਆਦਤ, ਪਿੱਠ ਪਿੱਛੇ ਨਿੰਦਾ ਕਰਨਾ, ਗੁੱਸਾ ਕਰਨ ਦੀ ਆਦਤ ਆਦਿ ਨੂੰ ਤਿਆਗ ਦਿੰਦਾ ਹੈ ਤਾਂ ਉਸ ਨੂੰ ਅਨਮੋਲ ਢੰਗ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਇਹ ਲਿਖਿਆ ਬੇਟਾ ਅਨਮੋਲ ਢੰਗ ਦੀ, ਮਤਲਬ ਉਹਦਾ ਕੋਈ ਮੁੱਲ ਨਹੀਂ। ਜਿਹੜਾ ਵੀ ਕੋਈ ਇਨਸਾਨ ਬੇਟਾ ਜੀਵਨ ਦੇ ਵਿੱਚ ਬੁਰੀਆਂ ਆਦਤਾਂ ਨੂੰ ਛੱਡਦਾ ਹੈ, ਉਸ ਬੁਰੀਆਂ ਆਦਤਾਂ ਨੂੰ ਛੱਡਣ ਤੋਂ ਬਾਅਦ ਜੋ ਖੁਸ਼ੀ ਹੈ ਉਹ ਇੱਕ ਅਨਮੋਲ ਖੁਸ਼ੀ ਦੇ ਤਹਿਤ ਆਉਂਦੀ ਹੈ। ਪ੍ਰਸ਼ਨ ਨੰਬਰ 6, ਖੁਸ਼ੀਆਂ ਪੈਦਾ ਹੋਣ ਵਿੱਚ ਮਨੁੱਖ ਦੀ ਕਿਹੜੀ ਭਾਵਨਾ ਰੁਕਾਵਟ ਬਣਦੀ ਹੈ? ਉਹਨੀ ਆਪਾਂ ਗੱਲ ਕਰੀ ਸੀ ਕਿ ਮੈਂ ਵਾਲੀ। ਨਿੱਕੀਆਂ ਨਿੱਕੀਆਂ ਜਿੱਦਾਂ ਜੋ ਅਸੀਂ ਕਹਿੰਦੇ ਹਾਂ ਕਿ ਇਹ ਮੁੰਡਾ ਬਹੁਤ ਜਿੱਦੀ ਹੈ ਜੀ, ਇਹ ਇਨਸਾਨ ਬਹੁਤ ਜਿੱਦੀ ਹੈ, ਇਹ ਜਿੱਦਾਂ ਨਿੱਕੀਆਂ ਨਿੱਕੀਆਂ ਜਿੱਦਾਂ ਜਿਨ੍ਹਾਂ ਨੂੰ ਅਸੀਂ ਅਸੂਲਾਂ ਦਾ ਨਾਂ ਦੇ ਦਿੰਦੇ ਹਾਂ। ਇਹ ਤਾਂ ਸਾਡੇ ਅਸੂਲ ਨੇ, ਅਸੀਂ ਕਿਸੇ ਨੂੰ ਮਿੱਠਾ ਹੀ ਨਹੀਂ ਬੋਲੇ, ਅਸੀਂ ਕਿਸੇ ਨੂੰ ਸਤਿ ਸ਼੍ਰੀ ਅਕਾਲ ਹੀ ਨਹੀਂ ਕਹਿੰਦੇ। ਉਹ ਵੀ ਕਦੀ ਕਦੀ ਖੁਸ਼ੀਆਂ ਪੈਦਾ ਹੋਣ ਵਿੱਚ ਰੁਕਾਵਟ ਬਣਦੀਆਂ ਹਨ। ਇਹਨਾਂ ਦਾ ਤਿਆਗ ਕਰਨਾ ਵੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ। ਇਹ ਜਿੱਦਾਂ ਨੂੰ ਤਿਆਗਦੀ ਹੈ, ਕਹਿੰਦੇ ਇਹ ਵੀ ਸਾਨੂੰ ਖੁਸ਼ੀ ਪ੍ਰਦਾਨ ਕਰਨਗੀਆਂ। ਇਸ ਲਈ ਇਹਨਾਂ ਖੁਸ਼ੀਆਂ ਵਿੱਚ ਮੇਰੀ ਗੱਲ, ਮੇਰੀ ਇੱਜ਼ਤ, ਮੇਰੀ ਚੀਜ਼ ਆਦਿ ਰੁਕਾਵਟਾਂ ਪੈਦਾ ਕਰਦੀਆਂ ਹਨ। ਅਜਿਹੀ ਮੈਂ ਖੁਸ਼ੀਆਂ ਦੇ ਪੈਦਾ ਹੋਣ ਵਿੱਚ ਰੁਕਾਵਟ ਬਣ ਸਕਦੀ ਹੈ। ਜਿਹੜੀ ਅਸੀਂ ਬੇਟਾ ਉੱਪਰ ਗੱਲ ਕਰੀਏ ਹਉਮੈ, ਮੇਰੀ, ਕਹਿੰਦੇ ਇਹ ਵੀ ਜੀਵਨ ਦੇ ਵਿੱਚ ਖੁਸ਼ੀਆਂ ਪੈਦਾ ਨਹੀਂ ਹੋਣ ਦਿੰਦੀ। ਜੇ ਤੁਹਾਡੇ ਅੰਦਰ ਇਸ ਤਰ੍ਹਾਂ ਦੀ ਸੋਚ ਆ ਜਾਂ ਸਮਝ ਆ ਕਿ ਹਰੇਕ ਗੱਲ 'ਚ ਅਸੀਂ ਮੈਂ ਕਰੀਏ। ਹਉਮੈ ਨੂੰ ਤਿਆਗ ਕੇ ਮੁਆਫੀਆਂ ਅਤੇ ਨਜ਼ਰ ਅੰਦਾਜ਼ਗੀਆਂ ਮਨੁੱਖ ਨੂੰ ਬਹੁਤ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਦੀਆਂ ਹਨ। ਕਹਿੰਦੇ ਜੀਵਨ ਦੇ ਵਿੱਚ ਹਉਮੈ ਨੂੰ ਤਿਆਗ ਦੇਣਾ ਚਾਹੀਦਾ, ਮੁਆਫੀਆਂ ਮੰਗ ਲੈਣੀਆਂ ਚਾਹੀਦੀਆਂ ਨੇ ਜੇ ਗਲਤੀਆਂ ਕੀਤੀਆਂ ਨੇ। ਨਜ਼ਰ ਅੰਦਾਜ਼ਗੀ, ਜੇ ਕੋਈ ਤੁਹਾਡਾ ਬੁਰਾ ਕਹਿੰਦਾ, ਬੁਰਾ ਸੋਚਦਾ ਤਾਂ ਉਹਨੂੰ ਨਜ਼ਰ ਅੰਦਾਜ਼ ਕਰ ਦਿਓ, ਦੇਖ ਕੇ ਵੀ ਭੁੱਲ ਜਾਓ ਕਿ ਸ਼ਾਇਦ ਸਾਡਾ ਇਹਨੇ ਬੁਰਾ ਨਹੀਂ ਕੀਤਾ। ਕਹਿੰਦੇ ਜੇ ਅਸੀਂ ਇਸ ਤਰ੍ਹਾਂ ਦਾ ਜੀਵਨ ਫਿਲਾਸਫੀ ਬਣਾਉਣੇ ਆ ਜਾਂ ਜੀਵਨ ਇਸ ਤਰ੍ਹਾਂ ਦਾ ਬਣਾਉਣੇ ਆ ਤਾਂ ਫਿਰ ਖੁਸ਼ੀਆਂ ਬਿਨਾਂ ਰੁਕੇ ਤੁਹਾਡੇ ਜੀਵਨ 'ਚ ਆ ਜਾਂਦੀਆਂ ਨੇ। ਪ੍ਰਸ਼ਨ ਨੰਬਰ 7, ਕੀ ਖੁਸ਼ੀ ਮਨੁੱਖ ਨੂੰ ਜਨਮ ਤੋਂ ਹੀ ਮਿਲਦੀ ਹੈ? ਉੱਤਰ, ਮਨੁੱਖ ਨੂੰ ਖੁਸ਼ੀ ਜਨਮ ਤੋਂ ਨਹੀਂ ਮਿਲਦੀ, ਇਸ ਨੂੰ ਬੁਲਾਉਣਾ ਪੈਂਦਾ ਹੈ। ਇਸ ਦੇ ਆਉਣ ਲਈ ਤਿਆਰੀਆਂ ਕਰਕੇ ਰਸਤਾ ਬਣਾਉਣਾ ਪੈਂਦਾ ਹੈ। ਜਿਸ ਤਰ੍ਹਾਂ ਦੀ ਖੁਸ਼ੀ ਹੋਵੇ ਉਸ ਨੂੰ ਪ੍ਰਾਪਤ ਕਰਨ ਲਈ ਉਸੇ ਹੀ ਤਰ੍ਹਾਂ ਦਾ ਯਤਨ ਕਰਨਾ ਪੈਂਦਾ ਹੈ। ਸੋ ਜਿਵੇਂ ਅਸੀਂ ਗੱਲ ਕਰੀ ਕਿ ਛੋਟੇ ਛੋਟੇ ਕੰਮਾਂ ਦੇ ਵਿੱਚ ਵੀ ਖੁਸ਼ੀਆਂ ਨੇ। ਕਈ ਬੰਦੇ ਨੂੰ ਰਿਕਸ਼ਾ ਚਲਾ ਕੇ ਬੱਚਿਆਂ ਨੂੰ ਰੋਟੀ ਖਵਾਉਣ 'ਚ ਖੁਸ਼ੀ ਮਿਲਦੀ ਆ, ਕਿਸੇ ਨੂੰ ਤਾਸਲਾ ਚੱਕ ਕੇ ਮਿਹਨਤ ਕਰਨ 'ਚ ਖੁਸ਼ੀ ਮਿਲਦੀ ਹੈ। ਕਈ ਲੋਕ ਨੇ ਜਿਹੜੇ ਬੇਟਾ ਅੱਜ ਕੱਲ੍ਹ ਦੇ ਸਮੇਂ ਦੇ ਸਮੈਕਾਂ, ਭੁੱਕੀਆਂ, ਫੀਮਾਂ, ਦਾਰੂਆਂ ਵੇਚ ਕੇ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦੇ ਨੇ। ਸੋ ਗੱਲ ਤਾਂ ਇਹ ਹੈ ਕਿ ਤੁਸੀਂ ਕਿਸ ਲੈਵਲ ਦੀ ਖੁਸ਼ੀ ਪ੍ਰਾਪਤ ਕਰਦੇ ਹੋ। ਸੋ ਬੇਟਾ ਜਿਹੜੀ ਖੁਸ਼ੀ ਆ ਉਹ ਇੱਕ ਮਨ ਦੀ ਅਵਸਥਾ ਹੈ ਕਿ ਤੁਸੀਂ ਖੁਸ਼ ਕਿਸ ਸਾਧਨ 'ਚੋਂ। ਸੋ ਬੇਟਾ ਚੰਗੇ ਰਸਤੇ ਦੇ ਵਿੱਚ ਚੰਗੇ ਗੁਣਾਂ ਨੂੰ ਬਣਾ ਕੇ ਜਿਹੜੋ ਕੰਮ ਕਰਦੇ ਆ, ਜਿਹੜੀ ਉਹਦੇ ਵਿੱਚ ਆਨੰਦ ਆਉਂਦਾ, ਉਹ ਅਸਲ ਦੇ ਵਿੱਚ ਖੁਸ਼ੀਆਂ ਨੇ। ਸੋ ਖੁਸ਼ੀਆਂ ਨੂੰ ਪ੍ਰਾਪਤ ਕਰਨ ਲਈ ਸਾਨੂੰ ਹਮੇਸ਼ਾ ਚੰਗੇ ਸਾਧਨ ਅਪਣਾਉਣੇ ਚਾਹੀਦੇ ਨੇ। ਅੱਗੇ ਹਨ ਵਸਤੂਨਿਸ਼ਟ ਪ੍ਰਸ਼ਨ। ਬਹੁ ਵਿਕਲਪੀ, ਖੁਸ਼ੀਆਂ ਆਪੇ ਨਹੀਂ ਆਉਂਦੀਆਂ, ਲੇਖਕ ਕੌਣ ਹੈ? ਉੱਤਰ ਹੈ ਐੜਾ, ਡਾਕਟਰ TR ਸ਼ਰਮਾ ਜੀ। ਪ੍ਰਸ਼ਨ ਨੰਬਰ 2, ਡਾਕਟਰ TR ਸ਼ਰਮਾ ਦਾ ਜੀਵਨ ਕਾਲ ਕੀ ਹੈ? ਇਹਨਾਂ ਦਾ ਬੇਟਾ ਜਿਹੜਾ ਜੀਵਨ ਕਾਲ ਆ 1925 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਅਤੇ ਜਿਹੜਾ ਇਹਨਾਂ ਦਾ ਅੰਤਿਮ ਸਮਾਂ ਹੈ ਉਹ 2009 ਹੈ। 2009 ਦੇ ਵਿੱਚ ਇਹ ਸੰਸਾਰ ਤੋਂ ਚਲੇ ਜਾਂਦੇ ਨੇ ਡਾਕਟਰ TR ਸ਼ਰਮਾ ਜੀ। ਅੱਗੇ ਹੈਗਾ ਬੇਟਾ ਡਾਕਟਰ TR ਸ਼ਰਮਾ ਦਾ ਜਨਮ ਕਿੱਥੇ ਹੋਇਆ? ਬੇਟਾ ਲੇਖਕ ਦੇ ਨਾਲ ਸੰਬੰਧਿਤ ਤੁਹਾਨੂੰ ਐਗਜ਼ਾਮੀਨੇਸ਼ਨ ਦੇ ਦੌਰਾਨ ਬਹੁਤ ਸਾਰੇ ਜਿਹੜੇ ਸਵਾਲ ਆਉਣਗੇ। ਤਾਂ ਜਦੋਂ ਵੀ ਅਸੀਂ ਕੋਈ ਲੇਖ ਪੜ੍ਹਦੇ ਹਾਂ ਤਾਂ ਬੇਟਾ ਉਹਦੇ ਲੇਖਕ ਦਾ ਜਨਮ ਸਥਾਨ, ਉਹਨਾਂ ਦੇ ਕੋਈ ਵਿਸ਼ੇਸ਼ ਖੇਤਰ ਦੇ ਵਿੱਚ ਪ੍ਰਾਪਤੀ, ਇਸ ਚੀਜ਼ ਨੂੰ ਵੀ ਤੁਸੀਂ ਨੇ ਜ਼ਰੂਰ ਪੜ੍ਹਨਾ ਜਦੋਂ ਤੁਸੀਂ ਪੇਪਰ ਦੀ ਜਿਹੜੀ ਤਿਆਰੀ ਕਰਨੀ ਆ। ਅੱਗੇ ਇਹਦੇ ਵਿੱਚ ਅਸੀਂ ਪੁੱਛਿਆ ਗਿਆ ਪ੍ਰਸ਼ਨ ਨੰਬਰ 3 ਦੇ ਵਿੱਚ ਕਿ ਡਾਕਟਰ TR ਸ਼ਰਮਾ ਦਾ ਜਨਮ ਕਿੱਥੇ ਹੋਇਆ? ਇਹ ਹੈ ਟੈਕਸਲਾ ਨਾਮ ਦੇ ਸਥਾਨ 'ਤੇ ਜਿਹੜਾ ਇਹਨਾਂ ਦਾ ਜਨਮ ਹੁੰਦਾ ਹੈ। ਪ੍ਰਸ਼ਨ ਨੰਬਰ 4,
ਕਿਹੜੀ ਯੂਨੀਵਰਸਿਟੀ ਨੇ ਡਾਕਟਰ ਟੀ.ਆਰ. ਸ਼ਰਮਾ ਨੂੰ ਆਜੀਵਨ ਕਾਲ ਫੈਲੋਸ਼ਿਪ ਦਿੱਤੀ ਹੈ? ਉੱਤਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ। ਪ੍ਰਸ਼ਨ ਨੰਬਰ 4 ਦਾ ਉੱਤਰ ਹੈ ਈਡੀ। ਮਿਲੇਨੀਅਮ ਸਮਾਜਿਕ ਵਿਗਿਆਨੀ ਪੁਰਸਕਾਰ, ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ, ਲਛਮਣ ਸਿੰਘ ਗਿੱਲ ਪੰਜਾਬੀ ਪ੍ਰੋਤਸਾਹਨ ਪੁਰਸਕਾਰ ਅਤੇ ਸਰਵੋਤਮ ਅਧਿਆਪਕ ਐਵਾਰਡ ਕਿਸ ਲੇਖਕ ਨੂੰ ਪ੍ਰਾਪਤ ਹੋਏ? ਉੱਤਰ ਹੈ ਡਾਕਟਰ ਟੀ.ਆਰ. ਸ਼ਰਮਾ ਜੀ ਨੂੰ। ਇਹ ਐੜਾ ਬੇਟਾ ਇਹਦਾ ਆਪਸ਼ਨ ਆ 5 ਨੰਬਰ ਪ੍ਰਸ਼ਨ ਦਾ। ਖੁਸ਼ੀਆਂ ਆਪੇ ਨਹੀਂ ਆਉਂਦੀਆਂ, ਲੇਖ ਦੇ ਲੇਖਕ ਅਨੁਸਾਰ ਕਿਸ ਚੀਜ਼ ਦੀ ਆਦਤ ਪਾਉਣੀ ਪੈਂਦੀ ਹੈ? ਉੱਤਰ ਹੈ 6 ਨੰਬਰ ਦਾ ਐੜਾ, ਹੱਸਣ ਅਤੇ ਮੁਸਕਰਾਉਣ ਦੀ। ਪ੍ਰਸ਼ਨ ਨੰਬਰ 7, ਖੁਸ਼ੀਆਂ ਆਪੇ ਨਹੀਂ ਆਉਂਦੀਆਂ, ਲੇਖ ਦੇ ਲੇਖਕ ਅਨੁਸਾਰ ਖੁਸ਼ੀ ਕੀ ਹੈ? ਉੱਤਰ ਹੈ ਈੜੀ, ਮਨ ਦੀ ਅਵਸਥਾ। ਅਸੀਂ ਉੱਪਰ ਵੀ ਪੜ੍ਹਿਆ ਕਿ ਜਿਹੜੀ ਖੁਸ਼ੀ ਆ ਉਹ ਸਾਡੇ ਮਨ ਦੀ ਇੱਕ ਅਵਸਥਾ ਦਾ ਨਾਂ ਹੈ। ਪ੍ਰਸ਼ਨ ਨੰਬਰ 8, ਖੁਸ਼ੀਆਂ ਆਪੇ ਨਹੀਂ ਆਉਂਦੀਆਂ, ਲੇਖ ਅਨੁਸਾਰ ਦੋਸ਼ੀ ਨੂੰ ਖਿਮਾ ਕਰਨਾ ਕਿਹੋ ਜਿਹਾ ਕੰਮ ਮੰਨਿਆ ਜਾਂਦਾ ਹੈ? ਉੱਤਰ ਹੈ ਸੱਸਾ ਪੁੰਨ ਦਾ ਕੰਮ ਸਮਝਿਆ ਜਾਂਦਾ। ਸੋ ਬੇਟਾ ਇਹ ਆਪਸ਼ਨਾਂ ਦੇ ਉੱਤਰ ਨੇ ਜਿਹੜੀਆਂ ਅਸੀਂ ਉੱਪਰ ਪੜ੍ਹ ਕੇ ਆਏ ਹਾਂ। ਅੱਗੇ ਹੈਗਾ ਕਿ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਵਾਰਤਕ ਲੇਖ ਕਿਸ ਦੁਆਰਾ ਲਿਖਿਆ ਗਿਆ ਹੈ? ਇਹਦਾ ਉੱਤਰ ਬੇਟਾ ਆਪਾਂ ਉੱਪਰੇ ਪੜ੍ਹ ਗਏ ਹਾਂ ਕਿ ਊੜਾ ਡਾਕਟਰ ਟੀ.ਆਰ. ਸ਼ਰਮਾ ਜੀ ਦੁਆਰਾ ਲਿਖਿਆ ਗਿਆ ਹੈ। 2 ਨੰਬਰ ਪ੍ਰਸ਼ਨ ਹੈ ਕਿ ਕਿਹਨਾਂ ਨੂੰ ਬੁਲਾਉਣ ਲਈ ਹਾਕਾਂ ਮਾਰਨੀਆਂ, ਆਉਣ ਦਾ ਰਸਤਾ ਬਣਾਉਣ ਅਤੇ ਤਿਆਰੀਆਂ ਕਰਨੀਆਂ ਪੈਂਦੀਆਂ ਨੇ? ਵੀ ਹਾਕਾਂ ਮਾਰਨੀਆਂ ਪੈਂਦੀਆਂ ਨੇ ਅਤੇ ਆਉਣ ਦਾ ਰਸਤਾ ਬਣਾਉਣਾ ਪੈਂਦਾ ਕਿਹੜੀ ਚੀਜ਼ ਲਈ? ਉੱਤਰ ਹੈ ਖੁਸ਼ੀਆਂ ਨੂੰ। ਪ੍ਰਸ਼ਨ ਨੰਬਰ 3, ਮਨੁੱਖ ਨੂੰ ਵੱਡੀਆਂ ਵੱਡੀਆਂ ਖੁਸ਼ੀਆਂ ਕਿਹੜੀਆਂ ਗੱਲਾਂ ਦਿੰਦੀਆਂ ਨੇ? ਉੱਤਰ ਹੈ ਨਿੱਕੀਆਂ ਨਿੱਕੀਆਂ ਗੱਲਾਂ ਅਤੇ ਨਿੱਕੇ ਨਿੱਕੇ ਰਿਸ਼ਤੇ ਨੇ ਜਿਹੜੇ ਮਨੁੱਖ ਨੂੰ ਵੱਡੀਆਂ ਵੱਡੀਆਂ ਖੁਸ਼ੀਆਂ ਪ੍ਰਦਾਨ ਕਰਦੇ ਨੇ ਬੇਟਾ। ਪ੍ਰਸ਼ਨ ਨੰਬਰ 4, ਕਿ ਮਿੱਠਾ ਬੋਲਣ, ਬੱਚਿਆਂ ਦਾ ਆਦਰ ਕਰਨਾ ਅਤੇ ਉਹਨਾਂ ਨਾਲ ਹੱਸ ਕੇ ਬੋਲਣ ਖੇਡਣ ਆਦਿ ਨਾਲ ਸਾਨੂੰ ਕੀ ਮਿਲਦਾ ਹੈ? ਉੱਤਰ ਹੈ ਖੁਸ਼ੀ। 5 ਨੰਬਰ ਪ੍ਰਸ਼ਨ ਹੈ, ਜੇ ਪਤੀ ਪਤਨੀ ਆਰਾਮ ਨਾਲ ਬਹਿ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕੱਢ ਲੈਣ ਤਾਂ ਮਾਹੌਲ ਨੂੰ ਕਿਸ ਤਰ੍ਹਾਂ ਦਾ ਬਣਾਇਆ ਜਾ ਸਕਦਾ, ਜਾਂ ਮਾਹੌਲ ਨੂੰ ਕਿਸ ਤਰ੍ਹਾਂ ਦਾ ਬਣਾ ਸਕਦੇ ਹਾਂ? ਖੁਸ਼ਗਵਾਰ। ਜੇ ਜਿਵੇਂ ਪਤੀ ਪਤਨੀ ਬੇਟਾ ਲੜਦੇ ਨੇ, ਜੋ ਘਰ ਦੇ ਵਿੱਚ ਸ਼ਾਂਤੀ ਨਾਲ ਬੈਠ ਕੇ ਆਪਣੇ ਲੜਾਈ ਝਗੜੇ ਨੂੰ ਨਿਪਟਾ ਲੈਂਦੇ ਨੇ ਤਾਂ ਘਰ ਦਾ ਮਾਹੌਲ ਕਿਹੋ ਜਿਹਾ ਹੋਊਗਾ? ਚੰਗਾ ਹੋਊਗਾ। ਇਹਦਾ ਉੱਤਰ ਹੈ ਖੁਸ਼ਗਵਾਰ। ਮਾਹੌਲ ਜਿਹੜਾ ਬੇਟਾ ਉਹ ਖੁਸ਼ਗਵਾਰ ਹੋ ਜਾਊਗਾ ਘਰ ਦਾ। 6 ਨੰਬਰ ਹੈ ਕਿ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸੱਦਾ ਦੇਣ ਲਈ ਕਿਹਨਾਂ ਨੇ ਕਈ ਢੰਗ ਕੱਢੇ ਹੋਏ ਸਨ? ਉੱਤਰ ਹੈ ਸਾਡੇ ਵੱਡੇ ਵਡੇਰਿਆਂ ਨੇ। ਵੱਡੇ ਵਡੇਰਿਆਂ ਦਾ ਭਾਵ ਬੇਟਾ ਸਾਡੇ ਦਾਦੇ ਪੜਦਾਦੇ, ਸਾਡੇ ਬਜ਼ੁਰਗ। ਪ੍ਰਸ਼ਨ ਨੰਬਰ 7, ਜਿਹੜੇ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਕਿੱਥੇ ਮਨਾਈ ਜਾ ਰਹੀ ਹੈ? ਕਿਸੇ ਵੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦੇ ਹਨ। ਮਤਲਬ ਕਿੱਥੇ ਮਨਾਈ ਜਾ ਰਹੀ ਖੁਸ਼ੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ? ਗਲੀ ਗੁਆਂਢ, ਆਂਢ ਗੁਆਂਢ, ਜਾਂ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ। ਇਹਦਾ ਆਪਸ਼ਨ ਕੋਈ ਵੀ ਬੇਟਾ ਆ ਸਕਦਾ ਕਿ ਕਿਸੇ ਦੇ ਘਰ ਵੀ ਜਦੋਂ ਖੁਸ਼ੀ ਹੁੰਦੀ ਹੈ ਨਾ, ਖੁਸ਼ੀਆਂ ਵੰਡਣ ਵਾਲੇ ਲੋਕ ਉੱਥੇ ਜਾ ਕੇ ਸ਼ਾਮਲ ਹੁੰਦੇ ਨੇ ਅਤੇ ਅੱਜ ਦੀ ਖੁਸ਼ੀ ਨੂੰ ਵਧਾ ਕੇ ਆਉਂਦੇ ਨੇ। ਕਈ ਤੁਸੀਂ ਵਿਆਹਾਂ ਦੇ ਵਿੱਚ ਦੇਖਿਆ ਹੋਊਗਾ ਕੋਈ ਜਾ ਕੇ ਉੱਥੇ ਲੜਾਈ ਪਾ ਲੈਂਦੇ ਨੇ, ਆਮ ਹੀ ਉਹਨਾਂ ਦਾ ਕੰਮ ਹੁੰਦਾ। ਕਈ ਵਾਰੀ ਕਿਸੇ ਵਿਆਹ 'ਚ ਤੁਸੀਂ ਦੇਖਿਆ ਹੋਊਗਾ ਕਿ ਆਹ ਜੀ ਸਾਡਾ ਫਲਾਨਾ ਫੁੱਫੜ ਤਾਂ ਜਿੱਥੇ ਵੀ ਜਾਂਦਾ ਇਹ ਲੜਦਾ ਹੀ ਆ। ਸੋ ਕਈ ਲੋਕ ਬੇਟਾ ਇਹ ਚੀਜ਼ ਨੂੰ ਆਪਦਾ ਆਨੰਦ ਮਾਣਦੇ ਨੇ। ਕੋਈ ਦੇਖਿਆ, ਮੈਂ ਉਹਨਾਂ ਦੇ ਵਿਆਹ 'ਚ ਵੀ ਲੜਾਈ ਕਰੀ ਸੀ, ਗੰਦ ਪਾਇਆ ਸੀ, ਇੱਥੇ ਵੀ ਪਾ ਰਿਹਾ। ਸੋ ਬੇਟਾ ਇਹੋ ਜਿਹੇ ਨਹੀਂ ਬਣਨਾ। ਅਸੀਂ ਇਹੋ ਜਿਹੇ ਬਣਨਾ ਕਿ ਭਾਈ ਜਿੱਥੇ ਆਹ ਕੁੜੀ ਜਾਂ ਮੁੰਡਾ ਜਾਂ ਆਹ ਤੁਹਾਡਾ ਜਿਹੜਾ ਰਿਸ਼ਤੇਦਾਰ ਜਦੋਂ ਆ ਜਾਂਦਾ ਅਤੇ 4 ਖੁਸ਼ੀਆਂ, 4 ਚੰਦ ਲੱਗ ਜਾਂਦੇ ਨੇ ਵਿਆਹ ਨੂੰ। ਸੋ ਅਸੀਂ ਬੇਟਾ ਐਸੇ ਇਨਸਾਨ ਬਣਨਾ ਕਿ ਲੋਕ ਤੁਹਾਨੂੰ ਖੁਸ਼ੀਆਂ ਦੇ ਮੌਕਿਆਂ 'ਤੇ ਵੀ ਉਡੀਕਣ ਅਤੇ ਦੁੱਖ ਦੇ ਮੌਕਿਆਂ 'ਤੇ ਵੀ ਉਡੀਕਣ। ਐਸਾ ਆਪਣਾ ਜਿਹੜਾ ਜੀਵਨ ਫਿਲਾਸਫੀ ਆ, ਇਸ ਤਰ੍ਹਾਂ ਦਾ ਆਪਣਾ ਜਿਹੜਾ ਲਾਈਫ ਸਟਾਈਲ ਬਣਾਉਣਾ ਚਾਹੀਦਾ ਸਾਨੂੰ। ਪ੍ਰਸ਼ਨ ਨੰਬਰ 8, ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਕੀ ਮਨਾਉਣ ਦਾ ਮੌਕਾ ਹੁੰਦਾ ਹੈ? ਖੁਸ਼ੀ ਮਨਾਉਣ ਦਾ ਮੌਕਾ ਹੁੰਦਾ ਹੈ। ਸੋ ਜੀਵਨ ਦੇ ਵਿੱਚ ਬੁਰੀਆਂ ਆਦਤਾਂ ਨੂੰ ਛੱਡ ਕੇ ਵੀ ਬੇਟਾ ਅਸੀਂ ਜੀਵਨ ਦੇ ਵਿੱਚ ਖੁਸ਼ ਹੋ ਸਕਦੇ ਹਾਂ, ਜੀਵਨ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਸੋ ਇਹ ਸਨ ਬੇਟਾ ਤੁਹਾਡੇ ਇਸ ਚੈਪਟਰ ਨਾਲ, ਇਸ ਲੇਖ ਨਾਲ ਸੰਬੰਧਿਤ ਵਸਤੂਨਿਸ਼ਟ ਪ੍ਰਸ਼ਨ। ਉੱਪਰ ਤੁਹਾਡੇ ਲੌਂਗ ਪ੍ਰਸ਼ਨ ਉੱਤਰ, ਜਿਹਨਾਂ ਨੂੰ ਅਸੀਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਆਖਦੇ ਹਾਂ, ਅਤੇ ਉੱਪਰ ਇਸ ਪਾਠ ਨਾਲ ਸੰਬੰਧਿਤ, ਇਸ ਲੇਖ ਨਾਲ ਸੰਬੰਧਿਤ ਜਿਹੜਾ ਸਾਡਾ ਸਾਰ ਆ ਇਸ ਲੇਖ ਦਾ, ਉਹਨੂੰ ਅਸੀਂ ਕਿਤਾਬ ਦੇ ਅਕੋਰਡਿੰਗ ਘੱਟ ਸ਼ਬਦਾਂ ਵਿੱਚ ਪੜ੍ਹਿਆ
ਬਟ ਆਸ ਕਰਦੇ ਹਾਂ ਬੇਟਾ ਖੁਸ਼ੀਆਂ ਆਪੇ ਨਹੀਂ ਆਉਂਦੀਆਂ। ਲੇਖ ਦੇ ਵਿੱਚ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਸੀਂ ਇਹਨੂੰ ਆਪਣੇ ਜੀਵਨ ਵਿੱਚ ਅਪਣਾਓਗੇ ਅਤੇ ਹਮੇਸ਼ਾ ਖੁਸ਼ ਰਹੋਗੇ। ਸੋ ਹੋਰ ਵਧੇਰੇ ਜਾਣਕਾਰੀ ਲਈ ਹਮੇਸ਼ਾ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।